ਮਸੀਹ 'ਚ ਮੇਰੇ ਅਜ਼ੀਜ਼ੋ, ਅਸੀਂ ਤੁਹਾਡੀ ਸਲਾਮਤੀ ਚਾਹੁੰਦੇ ਹਾਂ ਅਤੇ ਤੁਹਾਨੂੰ ਵੈਲਕਮ ਕਰਦੇ ਹਾਂ ਪ੍ਰੋਗਰਾਮ ਯਿਸੂ ਸੰਗ ਸਵੇਰਾ ਦੇ ਵਿੱਚ। ਅੱਜ ਸਾਡਾ ਇਹ ਪਹਿਲਾ ਪੰਜਾਬੀ ਪ੍ਰੋਗਰਾਮ ਹੈ ਔਰ ਸਾਡੇ ਇਸ ਪ੍ਰੋਗਰਾਮ ਦਾ ਕਰਨ ਦਾ ਮਕਸਦ ਇਹ ਵੇ ਕਿ ਸਾਡੇ ਬਹੁਤ ਸਾਰੇ ਪੰਜਾਬੀ ਭੈਣ ਭਰਾ ਜਿਹੜੇ ਕਿ ਉਰਦੂ ਨੂੰ ਜ਼ਰਾ ਬਿਹਤਰ ਤਰੀਕੇ ਨਾਲ ਨਹੀਂ ਸਮਝ ਪਾਉਂਦੇ ਔਰ ਆਪਣੀ ਜ਼ੁਬਾਨ 'ਚ ਉਹ ਖੁਦਾਵੰਦ ਦੇ ਕਲਾਮ ਨੂੰ ਸੁਣਨਾ ਚਾਹੁੰਦੇ ਸਨ, ਉਹਨਾਂ ਦੀ ਖਾਹਿਸ਼ ਦੇ ਮੁਤਾਬਿਕ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਲਾਮ ਨੂੰ ਤੁਹਾਨੂੰ ਪੰਜਾਬੀ 'ਚ ਸੁਣਨ ਦਾ ਮੌਕਾ ਮਿਲੇ ਅਤੇ ਅਸੀਂ ਸਾਰੇ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਪਾਈਏ। ਸਾਡੇ ਨਾਲ ਅੱਜ ਤਸ਼ਰੀਫ ਫਰਮਾ ਨੇ ਪਾਸਟਰ ਪੈਗਾਨੀ, ਵਿਲੀਅਮ ਪੈਗਾਨੀ ਸਾਹਿਬ ਇਹਨਾਂ ਦਾ ਪੂਰਾ ਨਾਂ ਹੈ। ਅਸੀਂ ਇਹਨਾਂ ਨੂੰ ਪੈਗਾਨੀ ਸਾਹਿਬ ਵੀ ਕਹਿੰਦੇ ਹਾਂ ਅਤੇ ਖੁਦਾਵੰਦ ਦਾ ਸ਼ੁਕਰ ਹੋਏ ਕਿ ਉਹਨਾਂ ਨੇ ਇਸ ਸਾਡੀ ਦਰਖਾਸਤ ਨੂੰ ਕਬੂਲ ਕੀਤਾ, ਸਾਡੀ ਇਸ ਦਾਵਤ ਨੂੰ ਕਬੂਲ ਕੀਤਾ ਅਤੇ ਖੁਦਾਵੰਦ ਦਾ ਕਲਾਮ ਸਾਡੇ ਨਾਲ ਵੰਡਣ ਲਈ ਸਾਡੇ ਨਾਲ ਮੌਜੂਦ ਨੇ। ਅਸੀਂ ਉਹਨਾਂ ਨੂੰ ਵੀ ਖੁਸ਼ ਆਮਦੀਦ ਕਹਿੰਦੇ ਹਾਂ। ਪਾਸ਼ ਸਾਹਿਬ, ਕੀ ਹਾਲ ਚਾਲ ਨੇ ਤੁਹਾਡੇ? ਸ਼ੁਕਰ ਹੈ ਖੁਦਾਵੰਦ ਦਾ, ਬਹੁਤ ਅੱਛਾ ਲੱਗਾ ਹੈ ਤੁਹਾਡੇ ਇੱਥੇ BTL TV 'ਤੇ ਆ ਕੇ। ਹਾਂਜੀ। ਅਤੇ ਫਿਰ ਇਸ ਗੱਲ ਦਾ ਵੀ ਕਿ ਬਹੁਤ ਸਾਰੇ ਲੋਕ ਚਾਹੁੰਦੇ ਨੇ ਕਿ ਪੰਜਾਬੀ 'ਚ ਗੱਲਬਾਤ ਕੀਤੀ ਜਾਏ ਕਲਾਮ ਦੀ। ਹਾਂਜੀ, ਬਿਲਕੁਲ। ਅਤੇ ਮੈਂ ਵੀ ਇਸ ਗੱਲ ਦਾ ਫਖਰ ਮਹਿਸੂਸ ਕਰਨਾ ਹੈ। ਖੁਦਾ ਇਸ TV ਨੂੰ ਬਲੈਸ ਕਰੇ, ਬਰਕਤ ਦੇਵੇ ਅਤੇ ਸੁਣਨ ਵਾਲਿਆਂ ਨੂੰ ਜਿਹੜੇ ਚਾਹੁੰਦੇ ਕਿ ਪੰਜਾਬੀ 'ਚ ਗੱਲਬਾਤ ਵੀ ਕੀਤੀ ਜਾਏ ਉਹਨਾਂ ਨੂੰ ਵੀ ਬਰਕਤ ਦੇਵੇ। ਹਾਂਜੀ। ਅਤੇ ਇਮਾਨ ਰੱਖਦੇ ਹਾਂ ਕਿ ਅੱਜ ਦੀਆਂ ਗੱਲਾਂ ਬਾਤਾਂ ਜਿਹੜੀਆਂ ਕਲਾਮ ਦੇ ਮੁਤਾਬਕ ਹੈ ਉਹ ਲੋਕਾਂ ਲਈ ਬੈਸ ਬਰਕਤ ਹੋਣਗੀਆਂ। ਹਾਂਜੀ, ਥੈਂਕ ਯੂ। ਅੱਛਾ, ਮੈਂ ਤੁਹਾਨੂੰ ਦੱਸਦੀ ਚੱਲਾਂ ਕਿ ਸਾਡਾ ਜਿਹੜਾ ਪਾਦਰੀ ਵਿਲੀਅਮ ਪੈਗਾਨੀ ਸਾਹਿਬ ਦੇ ਨਾਲ ਟੌਪਿਕ ਹੋਏਗਾ, ਉਨਵਾਨ ਹੋਏਗਾ, ਮੌਜ਼ੂ ਹੋਏਗਾ, ਉਹ ਹੋਏਗਾ ਖੁਸ਼ਖਬਰੀ। ਅਤੇ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਦਾ ਦੌਰ ਜਿਹੜਾ ਨਾ ਉਹਦੇ 'ਚ ਖੁਸ਼ਖਬਰੀ ਦੀ ਤਾਂ ਬੜੀ ਲੋੜ ਹੈ। ਖੁਸ਼ਖਬਰੀ ਸਾਨੂੰ ਚਾਹੀਦੀ ਹੈ ਕਿਉਂਕਿ ਹਰ ਤਰ੍ਹਾਂ ਵੇਖੀਏ ਨਾ ਤੇ ਬੁਰੀਆਂ ਹੀ ਖਬਰਾਂ ਫੈਲੀਆਂ ਨੇ ਹਰ ਪਾਸੇ। ਖੁਸ਼ਖਬਰੀ ਸੁਣਾਉਣ ਵਾਲੇ ਸ਼ਾਇਦ ਉਸ ਤਰ੍ਹਾਂ ਖੁਸ਼ਖਬਰੀ ਨਹੀਂ ਸੁਣਾਉਂਦੇ ਪਏ। ਜਿਸ ਤਰ੍ਹਾਂ TV ਹੋ ਗਿਆ, ਮੀਡੀਆ ਸਾਰਾ ਸਮਝੋ ਕਿ ਸਾਡੇ ਇਰਦ ਗਿਰਦ ਜਿਹੜਾ ਉਹ ਬੁਰੀਆਂ ਖਬਰਾਂ ਦਾ ਘੇਰਾ ਪਿਆ ਹੋਇਆ ਅਤੇ ਅਸੀਂ ਉਹਨਾਂ ਘੇਰਿਆਂ ਨੂੰ ਤੋੜ ਕੇ ਖੁਦਾਵੰਦ ਦੇ ਕਲਾਮ ਵੱਲੋਂ ਖੁਸ਼ਖਬਰੀ ਪੇਸ਼ ਕਰਨਾ ਚਾਹੁੰਦੇ ਹਾਂ। ਅਤੇ ਪਾਦਰੀ ਸਾਹਿਬ ਨਾਲ ਅਸੀਂ ਮਿਲ ਕੇ ਖੁਸ਼ਖਬਰੀ ਖਾਸ ਸਾਡਾ ਟੌਪਿਕ ਹੋਏਗਾ। ਵਿੱਚ ਛੋਟੀਆਂ ਛੋਟੀਆਂ ਗੱਲਾਂ ਹੋਣਗੀਆਂ ਕਲਾਮ ਦੇ ਵਿੱਚੋਂ, ਅਸੀਂ ਉਹਦਾ ਮਫਹੂਮ ਕੱਢਾਂਗੇ, ਖੁਸ਼ਖਬਰੀ ਕਿਸ ਤਰ੍ਹਾਂ ਤੁਹਾਡੇ ਕੋਲ ਪਹੁੰਚ ਸਕਦੀ ਹੈ। ਅਤੇ ਅਸੀਂ ਉਮੀਦ ਕਰਨੇ ਹਾਂ ਕਿ ਇਸ ਖੁਸ਼ਖਬਰੀ ਨੂੰ ਕਬੂਲ ਕਰਨ ਵਾਸਤੇ ਤੁਹਾਡੇ ਦਿਲਾਂ ਦੀ ਜ਼ਮੀਨ ਜਿਹੜੀ ਹੈ ਉਹ ਤਿਆਰ ਹੈ ਅਤੇ ਤੁਸੀਂ ਇਸ ਬੀਜ ਨੂੰ, ਖੁਸ਼ਖਬਰੀ ਦੇ ਬੀਜ ਨੂੰ ਬੋਵੋਗੇ ਅਤੇ ਬਹੁਤ ਸਾਰਾ ਫਲ ਲਿਆਓਗੇ। ਬਸ ਪਹਿਲਾਂ ਅਸੀਂ ਦੁਆ ਕਰੀਏ ਛੋਟੀ ਜੀ ਸਾਰੇ ਲੋਕਾਂ ਵਾਸਤੇ ਜਿਹੜੇ ਵਹਿੰਦੇ ਨੇ ਪਏ, ਅਤੇ ਫਿਰ ਅਸੀਂ ਕਲਾਮ ਵੱਲ ਵਧਦੇ ਹਾਂ। ਲੇਕਿਨ ਕਿਉਂਕਿ ਇਹ ਸਾਡਾ ਪਹਿਲਾ ਪ੍ਰੋਗਰਾਮ ਹੈ ਅਤੇ ਇਸ ਲਈ ਮੈਂ ਚਾਹਾਂਗੀ ਕਿ ਥੋੜ੍ਹਾ ਜਿਹਾ ਤੁਹਾਡਾ ਤਾਰੁਫ ਵੀ ਜ਼ਰੂਰ ਹੋਏ ਕਿ ਕਿਸ ਤਰ੍ਹਾਂ ਤੁਸੀਂ ਇਸ ਖਿਦਮਤ ਨੂੰ ਸ਼ੁਰੂ ਕੀਤਾ, ਕਦੋਂ ਤੋਂ ਸ਼ੁਰੂ ਕੀਤਾ, ਕਿੰਨੇ ਸਾਲ ਹੋ ਗਏ ਤੁਹਾਨੂੰ ਖਿਦਮਤ 'ਚ, ਕੀ ਉਤਾਰ ਚੜਾਓ ਆਏ, ਬਹੁਤ ਸਾਰੇ ਸਵਾਲ ਨੇ। ਲੇਕਿਨ ਪਹਿਲਾਂ ਛੋਟੀ ਜਿਹੀ ਦੁਆ ਕਰਨੇ ਆ ਅਤੇ ਫਿਰ ਇਸ ਪਾਸੇ ਚੱਲਦੇ ਹਾਂ। ਬਿਹਤਰ। ਖੁਦਾਵੰਦ ਤੇਰੇ ਨਾਂ ਤੋਂ ਇਸ ਕਲਾਮ ਦਾ ਆਗਾਜ਼ ਕਰਨੇ ਆ। ਰਹਿਮ ਕਰੀ, ਫਜ਼ਲ ਕਰੀ, ਬਰਕਤ ਦਈ ਅਤੇ ਸੁਣਨ ਵਾਲਿਆਂ ਵਾਸਤੇ ਅੱਜ ਦੀਆਂ ਗੱਲਾਂ ਜਿਹੜੀਆਂ ਕਲਾਮ ਦੇ ਮੁਤਾਬਕ ਹੈ ਬਾਇਸ ਬਰਕਤ ਹੋਣ। ਇਹ ਸਭ ਕੁਝ ਮੰਗਣੇ ਯਿਸੂ ਦੇ ਅਜ਼ੀਮ ਅਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ। ਆਮੀਨ ਜੀ। ਪਾਸ਼ ਸਾਹਿਬ, ਇਹ ਖਿਦਮਤ ਜਿਹੜੀ ਹੈ ਕਰਨਾ ਕੋਈ ਆਸਾਨ ਕੰਮ ਨਹੀਂ ਹੈ, ਬੜਾ ਔਖਾ ਕੰਮ ਹੈ ਅਤੇ ਇਹਨੂੰ ਮਤਲਬ ਦਿਲੋਂ ਕਬੂਲ ਕਰਕੇ ਚੱਲਣਾ ਹੋਰ ਔਖਾ ਹੈ ਕਿ ਬੰਦਾ ਮਤਲਬ ਪੂਰੀ ਤਰ੍ਹਾਂ ਕਮਿਟ ਹੋ ਜਾਏ ਖੁਦਾ ਦੇ ਨਾਲ ਕਿ ਮੈਂ ਤੇਰਾ ਖਾਦਮ ਬਣ ਕੇ ਅਤੇ ਖਿਦਮਤ ਕਰਾਂਗਾ। ਇਸ ਗੱਲ ਨੂੰ ਕਿਸ ਤਰ੍ਹਾਂ ਤੁਸੀਂ ਕਬੂਲ ਕੀਤਾ ਔਰ ਕਿਸ ਤਰ੍ਹਾਂ ਤੁਸੀਂ ਇਸ ਖਿਦਮਤ 'ਚ ਆਏ? ਮੇਰਾ ਅਸਲ ਬੇਸਿਕਲੀ ਤੌਰ ਦੇ ਉੱਤੇ ਤੇ ਅਸੀਂ ਇੱਕ ਕਾਰੋਬਾਰੀ ਲੋਕ ਸੀਗੇ, ਹੱਡੀ ਚਮੜੇ ਦਾ ਕਾਰੋਬਾਰ ਸੀ ਸਾਡਾ। ਹਾਂਜੀ। ਅਤੇ ਵੱਡੇ ਦਿਨ ਜਾਂ ਈਦ ਤੇ ਈਦ ਚਰਚ ਜਾਈਦਾ ਸੀਗਾ। ਸਹੀ। ਅਤੇ ਮੈਂ ਤਾਂ ਇਹ ਦੇਖਣਾ ਕਿ ਮੈਨੂੰ ਕੋਈ ਪਤਾ ਪੁਤਾ ਕੋਈ ਨਹੀਂ ਸੀ ਲੱਗਦਾ ਹੁੰਦਾ। ਮੈਂ ਤਾਂ ਜ਼ਿਆਦਾਤਰ ਜਾ ਕੇ ਨਾ ਸੌਣਾ ਹੀ ਹੁੰਦਾ ਸੀ। ਸਹੀ। ਪੱਖਾ ਚੱਲਦਾ ਹੁੰਦਾ ਸੀ ਈਦ ਨੂੰ ਅਤੇ ਠੰਡੀ ਠੰਡੀ ਹਵਾ ਲੱਗਣੀ ਅਤੇ ਸੁੱਤੇ ਆਉਣਾ, ਪਤਾ ਲੱਗਣਾ ਜੀ ਚਰਚ ਸ਼ੁਰੂ ਹੋਇਆ ਅਤੇ ਚਰਚ ਖਤਮ ਹੋ ਗਿਆ। ਸਹੀ। ਅਤੇ ਉਹ ਚਰਚੋਂ ਗੇੜਾ ਮਾਰ ਆਉਣਾ ਅਤੇ ਇਹ ਹੋਣਾ ਕਿ ਵੱਡਾ ਦਿਨ ਹੋ ਗਿਆ ਅਤੇ ਈਦ ਹੋ ਗਈ। ਸਹੀ। ਐ ਸੀ। ਪਰ ਇੱਕ ਦਿਨ ਇੱਕ ਮੌਕਾ ਆਇਆ ਕਿ ਵੇਖੋ ਇਸੇ ਤਰ੍ਹਾਂ ਹੀ ਜਵਾਨ ਵੀ ਹੋ ਗਏ
शादी भी हो गई, लेकिन कोई पता नहीं कलाम की चीज़ है। सिर्फ ਐਵੇਂ ਦਿਨ ਦਿਹਾੜੇ ਨੂੰ ਜਾਣਾ, ਕਿਉਂਕਿ 24 ਦੀ ਰਾਤ ਵੀ ਗੁਜ਼ਾਰ ਦੇਣੀ ਅੱਗ ਉੱਗ ਸੇਕਦੇ ਆਂ ਹੀ। ਤੇ 25 ਨੂੰ ਸਾਡੇ ਇਹ ਸੀਗਾ ਹੁੰਦਾ ਕਿ ਫੁੱਲ ਅਸੀਂ ਇਕੱਠੇ ਕਰਨੇ, ਸਾਡਾ ਜਿਹੜਾ ਗੋਜਰੇ ਦਾ ਤੌਰ ਤਰੀਕਾ। ਸ਼ਾਮ ਨੂੰ ਤੇ ਅਸੀਂ ਫੁੱਲ ਇਕੱਠੇ ਕਰਨੇ ਤੇ ਕੀ ਜੀ ਸਵੇਰ ਸਵੇਰ ਕਬਰਾਂ ਤੇ ਜਾਣਾ। ਅੱਛਾ ਅੱਛਾ, ਈਦ ਤੇ ਨਾ ਕੀ ਕਰਨਾ ਵੀ ਸ਼ਾਮ ਨੂੰ ਅਸੀਂ ਫੁੱਲ ਇਕੱਠੇ ਕਰਨੇ, ਲੋਕਾਂ ਦੇ ਚੋਰੀ ਤੋੜ ਤੋੜ ਕੇ ਲਿਆਉਣੇ ਜਿਨ੍ਹਾਂ ਨੇ ਲਾਏ ਹੁੰਦੇ ਸੀ, ਤੇ ਪਾਉਣੇ ਕਿਤੇ ਅਸੀਂ ਜਾ ਕੇ ਕਬਰਾਂ ਤੇ। ਅੱਛਾ ਇਹ ਸਾਡਾ ਕੁਝ ਮੁੱਲ ਲੈਣੇ, ਕੁਝ ਲੋਕਾਂ ਦੇ ਤੋੜਦੇ ਆਉਣੇ। ਤੇ ਉਹ ਫਿਰ ਦੇਖਣਾ ਵੀ ਤੜਕਾ ਕਿਦੋਂ ਹੋਣਾ ਏ, ਕਿਉਂਕਿ ਸਾਡਾ ਚਰਚ ਹੁੰਦਾ ਸੀ, ਚਰਚ ਆਫ ਪਾਕਿਸਤਾਨ। ਇੱਧਰੋਂ ਜਲੂਸ ਨਿਕਲਦਾ ਸੀ ਤੇ ਉੱਧਰੋਂ ਫਿਰ ਜਿਹੜਾ ਰੇਲਵੇ ਫਾਟਕ ਹੈ ਇਹਦੇ ਕੋਲ ਅਸੀਂ ਬਹੁਤ ਸਾਰੀ ਦੁਨੀਆ ਇਕੱਠੀ ਹੁੰਦੀ ਸੀ, ਇੱਧਰੋਂ ਕ੍ਰਿਸਚਨ ਕਲੋਨੀ ਦੀ ਵੀ। ਤੇ ਕਬਰਾਂ ਤੇ ਜਾਣਾ ਤੇ ਜਾਂਦਿਆਂ ਗਾਉਂਦੇ ਜਾਣਾ, ਹਾਲੇਲੂਇਆ ਬੋਲੋ ਯਿਸੂ ਜ਼ਿੰਦਾ ਹੋ ਗਿਆ, ਤੇ ਲੱਭਣ ਫੇਰ ਤੁਰੇ ਫੇਰ ਕਬਰਾਂ ਤੇ ਜਾਣਾ। ਸਹੀ ਇਹ ਤੌਰ ਤਰੀਕਾ ਸੀ। ਉਹ ਸਾਰੀ ਰਾਤ ਉਹ ਵੀ ਇੱਦਾਂ ਹੀ ਗੁਜ਼ਾਰ ਦੇਣੀ। ਤੇ ਮੈਂ ਤੇ ਤੁਹਾਨੂੰ ਅੱਗੇ ਜਿੱਦਾਂ ਦੱਸਿਆ, ਤੇ ਜਾ ਕੇ ਸੌਣਾ ਤੇ ਸੌਂ ਕੇ ਉੱਠ ਕੇ ਤੇ ਕੀ ਜੀ ਵੱਡਾ ਦਿਨ ਹੋ ਗਿਆ ਤੇ ਈਦ ਹੋ ਗਈ। ਇਸੇ ਤਰ੍ਹਾਂ ਹੀ ਜਵਾਨ ਹੋ ਗਏ, ਸ਼ਾਦੀ ਹੋ ਗਈ, ਲੇਕਿਨ ਖੁਦਾ ਦੇ ਕਲਾਮ ਦਾ ਕੋਈ ਪਤਾ ਨਹੀਂ, ਬਸ ਇੱਦਾਂ ਹੀ ਤੁਰੇ ਰਹੇ। ਇੱਕ ਮੌਕਾ ਆਇਆ ਕਿ ਖੁਦਾ ਨੇ ਪਹਿਲਾਂ ਮੈਨੂੰ ਜੜਵਾ ਬੱਚੇ ਦਿੱਤੇ, ਉਹਨਾਂ ਦੇ ਵਿੱਚੋਂ ਇੱਕ ਤੇ ਜਵਾਨ ਹੈ, ਖੁਦਾਵੰਦ ਦਾ ਸ਼ੁਕਰ ਹੈ, ਤੁਹਾਡੇ ਕੋਲ ਹੀ ਹੈ, ਤੈਨੂੰ ਪਤਾ ਹੀ ਇੱਥੇ ਹੀ। ਤੇ ਦੂਸਰਾ ਉਹਦੇ ਨਾਲ ਦਾ ਫੌਤ ਹੋ ਗਿਆ। ਉਸ ਤੋਂ ਬਾਅਦ ਫਿਰ ਖੁਦਾ ਨੇ ਮਿਹਰਬਾਨੀ ਕੀਤੀ ਤੇ ਕਰਨਾ ਇਸ ਤਰ੍ਹਾਂ ਹੋਇਆ ਕਿ ਕਿਸੇ ਵਪਾਰੀ ਵੱਲੋਂ ਮੈਨੂੰ ਪੈਸੇ ਨਾ ਮਿਲੇ। ਅੱਛਾ ਮੈਂ ਬੜੀ ਪਰੇਸ਼ਾਨੀ ਦੇ ਵਿੱਚ ਵੀ, ਕਿਸੇ ਵਪਾਰੀ ਵੱਲੋਂ ਪੈਸੇ ਨਹੀਂ ਆਏ। ਬੀਵੀ ਮੇਰੀ ਈਸਾਈ ਵਾਲਾ ਹਸਪਤਾਲ ਦਾਖਲ ਹੈ, ਗੋਹ ਦੇ ਪੇਕਿਆਂ ਨੇ ਦਾਖਲ ਕਰਾਇਆ ਸੀਗਾ, ਲੇਕਿਨ ਫਰਜ਼ ਤਾਂ ਮੇਰਾ ਬਣਦਾ ਜ਼ਿਆਦਾ। ਮੈਂ ਇਸੇ ਪਰੇਸ਼ਾਨੀ 'ਚ ਬੈਠਾ ਤੇ ਮੇਰੇ ਕੋਲ ਖੁਦਾ ਦੇ ਲੋਕਾਂ ਦਾ ਗੁਜ਼ਰ ਹੋਇਆ। ਜਿੱਥੇ ਮੈਂ ਬੈਠਾ ਸੀ ਉਹ ਇੱਕ ਚਾਹ ਵਾਲੀ ਦੁਕਾਨ ਸੀ, ਭਾਈ ਨਜ਼ੀਰ ਉਲਦੂ ਉਹਦਾ ਨਾਂ ਸੀ। ਤੇ ਉਹਨਾਂ ਦੀ ਬੈਕ ਸਾਈਡ ਤੇ, ਜਿਸ ਦੁਕਾਨ ਤੇ ਮੈਂ ਬੈਠਾ, ਬੈਕ ਸਾਈਡ ਤੇ ਕਮਰਾ ਸੀ ਜਿੱਥੇ ਉਹ ਇਬਾਦਤ ਕਰਨਾ ਚਾਹੁੰਦੇ ਸੀ, ਦੁਆ ਕਰਨਾ ਚਾਹੁੰਦੇ ਸੀ। ਉਹਨਾਂ ਨੇ ਉਹ ਟਾਈਮ ਦੁਆ ਦਾ ਰੱਖਿਆ ਤੇ ਮੈਨੂੰ ਉਹਨੇ ਦੁਕਾਨ ਬੰਦ ਕਰਕੇ ਕਹਿਣ ਲੱਗਾ, ਭਾਈ ਆ ਜਾਓ, ਅਸੀਂ ਦੁਆ ਕਰਨ ਲੱਗੇ, ਜੇ ਤੁਸੀਂ ਵੀ ਆਉਣਾ ਤੇ ਆ ਜਾਓ। ਮੈਂ ਹੋ ਸਕਦਾ ਜਿਸ ਤਰ੍ਹਾਂ ਅੱਜ ਬਹੁਤ ਸਾਰੀ ਦੁਨੀਆ ਅੱਛੇ ਮਾਹੌਲ 'ਚ ਹੁੰਦੀ ਤੇ ਫਿਰ ਨਹੀਂ ਦੁਆ ਕਰਦੀ। ਦੁਆ ਹੁਣ ਕਰਦੀ ਪਈ ਹੈ, ਕਰੋਨਾ ਤੋਂ ਡਰਦੇ ਆ, ਉੱਦਾਂ ਨਹੀਂ ਦੁਆ ਦਾ ਟਾਈਮ। ਇਸੇ ਤਰ੍ਹਾਂ ਮੈਂ ਪਰੇਸ਼ਾਨੀ ਦੇ ਵਿੱਚ ਸੀਗਾ ਤੇ ਉਹ ਮੇਰੀ ਪਰੇਸ਼ਾਨੀ ਨਾ ਮੈਨੂੰ ਦੁਆ 'ਚ ਲੈ ਗਈ। ਸਹੀ ਉਹ ਬੈਠ ਕੇ ਜਿਸ ਤਰ੍ਹਾਂ ਪਠਾਨ ਬੈਠਦੇ ਆ ਗੋਲ ਗਤਾਰੇ ਦੀ ਸ਼ਕਲ ਵਿੱਚ, ਤੇ ਪਾਦਰੀ ਜੋਜ਼ਫ ਸਾਹਿਬ ਉਦੋਂ ਜੀਂਦੇ ਜਾਗਦੇ ਸੀ, ਤੇ ਨਾਲ 5-7 ਹੋਰ ਭਾਈ ਵੀ ਸੀਗੇ ਬਜ਼ੁਰਗ। ਉਹਨਾਂ 'ਚ ਛੋਟੀ ਉਮਰ ਦਾ ਬੱਚਾ ਮੈਂ ਹੀ ਸੀਗਾ ਉਦੋਂ। ਬੱਚਾ ਕੀ ਸੀ, ਵੀ ਜਵਾਨ ਸੀਗਾ, ਲੇਕਿਨ ਉਹਨਾਂ ਦੇ ਹਿਸਾਬ ਨਾਲ ਮੈਂ ਬੱਚਾ ਸੀ। ਸਹੀ ਉਹ ਸਾਰੇ ਜਿਸ ਵੇਲੇ ਬੈਠ ਕੇ ਦੁਆਈਆ ਮਾਹੌਲ 'ਚ, ਤੇ ਪਾਦਰੀ ਸਾਹਿਬ ਕਹਿਣ ਲੱਗੇ, ਆਪਣੀਆਂ ਆਪਣੀਆਂ ਮਨਾਂ ਜਾਂ ਤਾਂ ਦੱਸੋ, ਖੁਦਾਵੰਦ ਦੇ ਸਾਹਮਣੇ ਰੱਖੀਆਂ ਜਾਣ, ਕਿਉਂਕਿ ਆਪਾਂ ਦੁਆ ਵਾਸਤੇ ਇਕੱਠੇ ਹੋਏ ਆ। ਹਰ ਕਿਸੇ ਨੇ ਦੱਸਿਆ ਜੀ ਮੇਰੀ ਆਹ ਘਰ ਦੀ ਪ੍ਰੋਬਲਮ ਹੈ, ਮੇਰੀ ਆਹ ਹੈ, ਮੇਰੀ ਆਹ ਹੈ, ਮੇਰੀ ਆਹ ਹੈ। ਮੈਂ ਦੱਸਿਆ ਜੀ ਮੇਰੀ ਬੀਵੀ ਈਸਾਈ ਵਾਲਾ ਹਸਪਤਾਲ ਦਾਖਲ ਹੈ। ਅੱਗੇ ਵੀ ਆਪਰੇਸ਼ਨਾਂ ਖੁਦਾ ਨੇ ਜੋੜੇ ਦਿੱਤੇ ਸੀਗੇ, ਲੇਕਿਨ ਇਹ ਖੁਦਾ ਨੇ ਬੁਲਾ ਲਿਆ ਹੈ ਤੇ ਹੁਣ ਫਿਰ ਉਹ ਦਾਖਲ ਹੈ। ਕੋਈ ਖੁਦਾ ਜੀ ਦੇਣ ਵਾਲਾ ਹੈ ਤੇ ਦੁਆ ਕਰਿਓ। ਉਹਨਾਂ ਆਖਿਆ ਠੀਕ ਹੈ। ਉਹਨਾਂ ਦੁਆ ਕੀਤੀ, ਸਾਰਿਆਂ ਲੋਕਾਂ ਦੀਆਂ ਪ੍ਰੋਬਲਮਾਂ ਵੀ ਖੁਦਾ ਦੇ ਸਾਹਮਣੇ ਰੱਖੀਆਂ। ਮੇਰੇ ਵਾਸਤੇ ਵੀ ਉਹਨਾਂ ਫਿਰ ਦੁਆ ਕੀਤੀ। ਉਸ ਤੋਂ ਬਾਅਦ ਦੂਸਰੇ ਨੇ ਕੀਤੀ, ਤੀਸਰੇ ਨੇ, ਚੌਥੇ ਨੇ, ਪੰਜਵੇਂ ਨੇ, ਛੇਵੇਂ ਨੇ। ਇਸ ਤਰ੍ਹਾਂ ਕਰਦਿਆਂ ਕਰਦਿਆਂ ਮੇਰੇ ਤੇ ਵੀ ਵਾਰੀ ਆ ਗਈ। ਤੇ ਜਿਸ ਵੇਲੇ ਮੇਰੇ ਤੇ ਵਾਰੀ ਆਈ ਤੇ ਮੈਨੂੰ ਉਹਨਾਂ ਨੂੰ ਇਹ ਕਿ ਇਹ ਵੀ ਦੁਆ ਕਰੇਗਾ, ਲੇਕਿਨ ਮੈਂ ਨਹੀਂ ਦੁਆ ਕੀਤੀ। ਅਗਲੇ ਨੇ ਕਰ ਲਈ, ਉਦੋਂ ਅਗਲੇ ਨੇ ਕਰ ਲਈ, ਐਂਡ ਤੇ ਆਮੀਨ ਹੋ ਗਈ। ਤੇ ਮੈਨੂੰ ਇਹ ਕਹਿਣ ਲੱਗਾ, ਭਾਈ ਜੀ, ਉਹੀ ਦੁਕਾਨ ਵਾਲਾ ਹੀ, ਭਾਈ ਜੀ ਤੁਸੀਂ ਦੁਆ ਨਹੀਂ ਕੀਤੀ। ਮੈਂ ਕਿਹਾ ਜੀ ਮੈਨੂੰ ਤਾਂ ਦੁਆ ਆਉਂਦੀ ਨਹੀਂ, ਸਹੀ, ਇਸ ਕਰਕੇ ਭਾਈ ਮੈਂ ਨਹੀਂ ਕੀਤੀ। ਤੇ ਉਹਨਾਂ ਆਖਿਆ ਅੱਛਾ ਅੱਛਾ ਕੋਈ ਗੱਲ ਨਹੀਂ। ਉਹਨਾਂ ਮੇਰਾ ਹੋਰ ਹੌਸਲਾ ਵਧਾਇਆ, ਕੋਈ ਗੱਲ ਨਹੀਂ, ਫਿਰ ਕੀ ਨਹੀਂ ਆਉਂਦੀ। ਤੇ ਮੈਂ ਜਿਸ ਵੇਲੇ ਦੁਆ ਤੋਂ ਬਾਹਰ ਨਿਕਲਿਆ ਨਾ, ਤੇ ਮੈਂ ਆਪਣੇ ਅੰਦਰ ਇੱਕ ਅਜੀਬ ਜਿਹੀ ਕੋਈ ਖੁਸ਼ੀ ਮਹਿਸੂਸ ਕੀਤੀ ਕਿ ਉਸ ਦੁਆ ਦਾ ਅਸਰ
ਕਿਉਂਕਿ ਖੁਦਾ ਦੇ ਕਲਾਮ ਨੂੰ, ਯਾਕੂਬ ਦੇ ਖਤ ਨੂੰ ਪੜ੍ਹ ਲਓ ਨਾ, ਤੇ ਉਹਦੇ ਵਿੱਚ ਲਿਖਿਆ ਮਿਲਦਾ ਹੈ ਦੁਆ ਦੇ ਅਸਰ ਦੇ ਨਾਲ ਬਹੁਤ ਕੁਝ ਹੋ ਸਕਦਾ। ਬਿਲਕੁਲ ਬਿਲਕੁਲ। ਇਹ ਦੂਸਰੀ ਮੈਡੀਸਨ ਕੰਮ ਕਰ ਜਾਂਦੀ ਹੈ ਬਦਨ ਤੇ ਦੁਆ ਦਾ ਅਸਰ, ਉਹ ਅਸਰ ਮੈਂ ਆਪਣੇ ਆਪ ਤੇ ਦੇਖਿਆ ਕਿ ਮੈਂ ਜਦੋਂ ਬਾਹਰ ਨਿਕਲਿਆ ਤੇ ਮੈਂ ਉਹ ਜ਼ਿਹਨੀ ਤੌਰ ਤੇ ਨਾ ਹਲਕਾ ਫੁਲਕਾ, ਅੱਜ ਵੀ ਮੈਨੂੰ ਉਹ ਗੱਲ ਯਾਦ ਏ, ਆਉਂਦੀ ਏ ਕਿ ਉਹ ਲਿਖਿਆ ਮਿਲਦਾ ਏ ਆਪਣਾ ਭਾਰ ਜਾਂ ਹਵਾ ਤੇ ਸਿੱਟ ਤੇ ਆਪੇ ਹੀ ਉਹ ਸੰਭਾਲੇ। ਬਿਲਕੁਲ। ਤੇ ਮੈਂ ਉਸ ਗੱਲ ਨੂੰ ਮਹਿਸੂਸ ਕੀਤਾ ਕਿ ਮੈਂ ਤੇ ਖੁਦਾ ਨੇ ਮੇਰਾ ਸਾਰਾ ਉਹ ਬੋਝ ਜਿਹੜਾ ਨਾ ਆਪਣੇ ਉੱਤੇ ਲੈ ਲਿਆ ਏ। ਬਿਲਕੁਲ। ਤੇ ਮੈਂ ਹਲਕਾ ਫੁਲਕਾ ਜਿਹਾ ਆਪਣੇ ਆਪ ਨੂੰ ਮਹਿਸੂਸ ਕੀਤਾ। ਅੱਛਾ। ਦਿਹਾੜੀ 2-3 ਦਿਨ ਤੱਕ ਫਿਰ ਮੈਨੂੰ ਪੈਸੇ ਨਹੀਂ ਮਿਲੇ, ਸਹੀ। ਕਿਉਂਕਿ ਖੁਦਾ ਨੇ ਅਜੀਬ ਤਰੀਕੇ ਨਾਲ ਸਿਖਾਉਣਾ ਸੀ। ਪੈਸੇ ਮੈਨੂੰ ਨਹੀਂ ਮਿਲੇ ਕਿਸੇ ਬੰਨੇ, ਕਿਸੇ ਵਪਾਰੀ ਵੱਲੋਂ ਵੀ। ਤੇ ਉਹ ਫਿਰ ਆਣ ਕੇ ਉੱਥੇ ਬੈਠੇ ਤੇ ਉਹਨਾਂ ਗੱਲਬਾਤ ਰੋਜ਼ੇ ਤੇ ਸ਼ੁਰੂ ਕੀਤੀ। ਤੇ ਅਸੀਂ ਤੇ ਸਮਝਦੇ ਸੀ ਕਿ ਰੋਜ਼ਾ ਉਹ 40 ਰੋਜ਼ੇ ਜਿਹੜੇ ਆਉਂਦੇ ਉਹ ਸਾਡੇ ਤੇ ਹੈ, ਸਹੀ ਹੋ ਗਿਆ, ਇਹੋ ਹੀ ਸਮਝਦੇ ਹੁੰਦੇ ਸੀ। ਪਰ ਉਸ ਖੁਦਾ ਦੇ ਖਾਦਮ ਨੇ ਸਮਝਾਇਆ ਕਿ ਰੋਜ਼ਾ ਮਕਸਦ ਦਾ ਹੈ, ਜਦੋਂ ਮਰਜ਼ੀ ਰੱਖਿਆ ਜਾ ਸਕਦਾ ਹੈ। ਮੇਰੀ ਗੱਲ ਸਮਝ ਆ ਗਈ। ਫਿਰ ਮੈਂ ਚਲਾ ਗਿਆ ਸਾਈ ਵਾਲਾ ਹਸਪਤਾਲ, ਤੇ ਉਹ ਗੱਲ ਮੇਰੇ ਕਲਾਮ ਦੀ ਜ਼ਿਹਨ 'ਚ ਚੱਲਦੀ ਪਈ ਸੀ। ਤੇ ਮੈਂ ਜਾ ਕੇ ਰੋਜ਼ਾ ਰੱਖਿਆ ਤੇ ਮੈਂ ਖੁਦਾ ਕੋ ਨਾ ਬੇਟੀ ਮੰਗੀ। ਮੈਂ ਖੁਦਾਵੰਦਾ ਬੇਟਾ ਤਾਂ ਹੈਗਾ ਤੇ ਤੂੰ ਮੈਨੂੰ ਬੇਟੀ ਦੇ ਦੇ। ਖੁਦਾ ਨੇ ਮੈਨੂੰ ਬੇਟੀ ਦਿੱਤੀ। ਔਰ ਉਸ ਵਕਤ ਤੋਂ ਫਿਰ ਮੇਰਾ ਰੁਝਾਨ ਫਿਰ ਬਾਈਬਲ ਨੂੰ ਪੜ੍ਹਨ ਨੂੰ ਕੀਤਾ, ਦਿਲ ਕੀਤਾ ਵੀ ਮੈਂ ਬਾਈਬਲ ਵੀ ਪੜ੍ਹਾਂ। ਤੇ ਮੈਂ ਜਦੋਂ ਇਹਦੇ ਵਿੱਚ ਇੱਕ ਹੋਰ, ਜਿਹਨੂੰ ਅਸੀਂ ਅਜੀਬ ਤਰੀਕੇ ਨਾਲ ਮਹਿਸੂਸ ਨਹੀਂ ਕਰਦੇ, ਲੇਕਿਨ ਮੈਂ ਦੇਖਣਾ ਕਿ ਅਗਰ ਕੋਈ ਮਹਿਸੂਸ ਕਰੇਗਾ ਤੇ ਉਹ ਆਪਣੇ ਅੰਦਰ ਖੁਸ਼ੀ ਜ਼ਰੂਰ ਪਾਏਗਾ। ਉਹਦੇ ਵਿੱਚ ਜਦੋਂ ਮੈਂ ਖੁਦਾਵੰਦ ਯਿਸੂ ਮਸੀਹ ਦੀ ਇੱਕ ਗੱਲ ਸੁਣੀ ਨਾ ਕਿ ਜਿਹੜਾ ਈਮਾਨ ਲਿਆਵੇ ਉਹ ਬਪਤਿਸਮਾ ਲਏ ਤੇ ਉਹ ਨਜਾਤ ਪਾਵੇਗਾ, ਤੇ ਮੈਂ ਕਿਹਾ ਮੇਰੇ ਲਈ ਤਾਂ ਉਹਨੇ ਨਜਾਤ ਦਾ ਕੰਮ ਕੀਤਾ। ਮੈਂ ਆਪਣੀ ਮਾਂ ਨੂੰ ਪੁੱਛਿਆ ਕਿ ਬਾਈਬਲ ਕਹਿੰਦੀ ਏ ਕਿ ਜਿਹੜਾ ਈਮਾਨ ਲਿਆਵੇ ਉਹ ਬਪਤਿਸਮਾ ਲਵੇ ਉਹ ਨਜਾਤ ਪਾਏਗਾ। ਕਿਹਾ ਜਦੋਂ ਤੂੰ ਮੈਨੂੰ ਬਪਤਿਸਮਾ ਦਵਾਇਆ ਮੈਂ ਈਮਾਨ ਆਂਦਾ ਸੀ? ਨਹੀਂ, ਜਿੱਦਾਂ ਲੋਕਾਂ ਨੇ ਆਖਿਆ ਅਸੀਂ ਉੱਦਾਂ ਹੀ ਕਰ ਲਿਆ। ਮੈਂ ਕਿਹਾ ਫਿਰ ਮੈਂ ਤੇ ਈਮਾਨ ਲਿਆ ਕੇ ਬਪਤਿਸਮਾ ਲੈਣ ਲੱਗਾ, ਕਿਉਂਕਿ ਜੋ ਬਾਈਬਲ ਕਹਿੰਦੀ। ਤੇ ਮੈਂ ਜਦੋਂ ਬਪਤਿਸਮਾ ਲਿਆ ਏ ਮੈਨੂੰ ਬੜੀ ਖੁਸ਼ੀ। ਮੈਂ 2 ਦਿਨ ਦਾ ਰੋਜ਼ਾ ਰੱਖਿਆ, ਗਰਮੀਆਂ ਦਾ ਮੌਸਮ, ਬੜੀ ਦੂਰ ਜਾਣਾ ਪਿਆ, 3-4 ਮੀਲ ਤੇ ਦੂਰ ਨਹਿਰ ਸੀ, ਉੱਥੇ ਜਾ ਕੇ ਬਪਤਿਸਮਾ ਲਿਆ। ਔਰ ਉਸ ਵਕਤ ਤੋਂ ਮੈਂ ਫਿਰ ਇਹੋ ਹੀ ਤਲਾਹ ਲੋਕਾਂ ਨੂੰ ਦੇਣੀ ਸ਼ੁਰੂ ਕੀਤੀ। ਮੁਸ਼ਕਿਲਾਂ 'ਚ ਬੜੀਆਂ ਆਈਆਂ, ਬੜੀਆਂ ਪਰੇਸ਼ਾਨੀਆਂ ਆਈਆਂ ਨੇ। ਸਹੀ। ਮੈਂ ਤੁਰ ਕੇ ਜਾ ਕੇ ਲੋਕਾਂ ਨੂੰ ਇਹੋ ਹੀ ਤਲਾਹ ਦਿੱਤੀ, ਬਾਈਬਲ ਦੀ ਗੱਲ ਸੁਣਾਈ। ਅੱਛਾ, ਮੇਰਾ ਇੱਕ ਹੋਰ ਸਵਾਲ ਹੈ, ਜਿਸ ਤਰ੍ਹਾਂ ਕਿ ਤੁਸੀਂ ਕੋਈ ਬਾਕਾਇਦਾ ਸੈਮਨਰੀ ਵਗੈਰਾ ਤੇ ਨਹੀਂ ਕੀਤੀ, ਲੇਕਿਨ ਖੁਦਾਵੰਦ ਦਾ ਕਲਾਮ ਤੁਹਾਨੂੰ ਜ਼ੁਬਾਨੀ ਇੰਨਾ ਸਾਰਾ ਯਾਦ ਹੁੰਦਾ ਹੈ, ਤੁਸੀਂ ਹਵਾਲੇ ਕੱਢ ਦਿਓ ਉਹ ਤੁਹਾਡੇ। ਮੈਂ ਬਾਈਬਲ ਵੇਖਾਂ ਤੇ ਪੂਰੀ ਉਹ ਕਿਉਂਕਿ ਮੈਂ ਤੁਹਾਨੂੰ ਪਰਸਨਲੀ ਜਾਣਨੀ ਆ ਤੇ ਇਸ ਦੀ ਮੈਂ ਵੇਖੀ ਹੋਈ ਹੈ ਤੁਹਾਡੀ ਬਾਈਬਲ ਕਿ ਪੂਰੇ ਨਿਸ਼ਾਨ ਲਗਾ ਕੇ ਤੇ ਉਹ ਬਲੈਕ ਹੋਈ ਹੈ। ਤੁਸੀਂ ਉਹਨੂੰ ਅੰਡਰਲਾਈਨ ਕੀਤਾ ਹੋਇਆ ਹੈ, ਸਾਰਾ ਪੁਆਇੰਟ ਆਊਟ ਕੀਤਾ ਹੋਇਆ ਹੈ। ਜਿਹੜੇ ਵੀ ਕਲਾਮ ਦੀ ਗੱਲ ਕਰੀਏ ਤੇ ਉਹ ਤੁਹਾਨੂੰ ਹਵਾਲਾ ਵੀ ਯਾਦ ਹੁੰਦਾ ਹੈ। ਇਹ ਖੁਦਾ ਦੀ ਖਾਸ ਮਿਹਰਬਾਨੀ ਤੁਹਾਡੇ ਤੇ ਕਦੋਂ ਤੁਸੀਂ ਮਹਿਸੂਸ ਕੀਤੀ, ਔਰ ਕਿਸ ਤਰ੍ਹਾਂ ਇੰਨਾ ਜ਼ਿਆਦਾ ਤੁਸੀਂ ਇਹ ਕਲਾਮ ਦੇ ਵੱਲ ਹੋ ਗਏ ਕਿ ਤੁਸੀਂ ਕਲਾਮ ਨੂੰ ਸਮਝੋ ਕਿ ਆਪਣੇ ਅੰਦਰ ਵਸਾ ਲਿਆ ਹੋਇਆ ਹੈ? ਦਰਅਸਲ ਬੇਟਾ ਗੱਲ ਪਤਾ ਕੀ ਹੈਗੀ, ਹਾਂਜੀ, ਕੋਈ ਵੀ ਖੁਸ਼ਖਬਰੀ ਸਾਰਿਆਂ ਨੂੰ ਉਸੇ ਤਰ੍ਹਾਂ ਹੀ ਸੁਣਾਈ ਜਾਂਦੀ ਹੈ। ਕਿਉਂਕਿ ਪੌਲੁਸ ਰਸੂਲ ਅਬਰਾਨੀਓ ਜਿਸ ਵੇਲੇ 4 ਬਾਬ ਤੇ 2 ਐਤ ਨੂੰ ਪੜ੍ਹਦੇ ਨਾ, ਤੇ ਉਹਦੇ 'ਚ ਲਿਖਿਆ ਮਿਲਦਾ ਏ ਸਾਨੂੰ ਵੀ ਉਹਨਾਂ ਦੀ ਤਰ੍ਹਾਂ ਹੀ ਖੁਸ਼ਖਬਰੀ ਸੁਣਾਈ ਗਈ, ਪਰ ਸੁਣੇ ਹੋਏ ਕਲਾਮ ਨੇ ਉਹਨਾਂ ਨੂੰ ਕੁਝ ਫਾਇਦਾ ਨਾ ਦਿੱਤਾ, ਕਿਉਂਕਿ ਸੁਣਨ ਵਾਲਿਆਂ ਦੇ ਦਿਲਾਂ 'ਚ ਈਮਾਨ ਦੇ ਨਾਲ ਨਾ ਬੈਠਿਆ। ਸਹੀ। ਇਸ ਨੂੰ ਈਮਾਨ ਦੇ ਨਾਲ ਬਿਠਾਉਣਾ ਪੈਂਦਾ ਹੈ। ਤੇ ਜਦੋਂ ਕਿਸੇ ਨੂੰ ਬਿਠਾ ਲਓਗੇ ਤੇ ਉਹ ਤੁਹਾਡੇ ਨਾਲ ਫਿਰ ਗੱਲਾਂ ਬਾਤਾਂ, ਆਪਾਂ ਹੁਣ ਬੈਠੇ ਆ ਤੇ ਬੈਠੇ ਆਪਾਂ ਚੁੱਪ ਤੇ ਨਹੀਂ ਬੈਠੇ, ਆਪਾਂ ਗੱਲਾਂ ਬਾਤਾਂ ਕਰਦੇ ਪਏ। ਇਸ ਤਰ੍ਹਾਂ ਜਦੋਂ ਅਸੀਂ ਖੁਦਾ ਨੂੰ ਦਿਲ 'ਚ ਬਿਠਾ ਲਾਂਗੇ, ਕਲਾਮ ਨੂੰ ਦਿਲ 'ਚ ਬਿਠਾ ਲਾਂਗੇ, ਤੇ ਫਿਰ
ਕਲਾਮ ਤੇ ਅੰਦਰੋਂ ਹੀ ਫਿਰ ਨਿਕਲਦਾ, ਹਾਂ ਜਿਹੜਾ ਜਿਹਨੂੰ ਬਿਠਾਇਆ ਹੋਇਆ ਕਲਾਮ ਤੇ ਫਿਰ ਉਹ ਕਰ ਰਿਹਾ। ਹਾਂਜੀ ਬਿਲਕੁਲ। ਤੇ ਨਾਜ਼ਰੀਨ ਬੜੀ ਅੱਛੀ ਗੱਲਬਾਤ ਹੋ ਰਹੀ ਹੈ, ਲੇਕਿਨ ਬ੍ਰੇਕ ਦਾ ਟਾਈਮ ਹੋ ਗਿਆ, ਥੋੜ੍ਹਾ ਜਿਹਾ ਅਸੀਂ ਵਕਫਾ ਲਾਂਗੇ। ਲੇਕਿਨ ਵਕਫੇ ਤੋਂ ਪਹਿਲਾਂ ਮੈਂ ਇੱਕ ਗੱਲ ਜਿਹੜੀ ਜਿੰਨੀਆਂ ਤੁਸੀਂ ਸੁਣੀਆਂ ਨੇ ਉਹਦੇ 'ਚੋਂ ਇੱਕ ਗੱਲ ਕੱਢ ਕੇ ਤੁਹਾਨੂੰ ਜ਼ਰਾ ਵਾਜ਼ੇ ਕਰਨਾ ਚਾਹਾਂਗੀ, ਜਿਹੜੀ ਕਿ ਬਹੁਤ ਜ਼ਰੂਰੀ ਹੈ ਸਾਡੇ ਸਾਰਿਆਂ ਲਈ ਔਰ ਇਸ ਵੇਲੇ ਸਿੱਖਣ ਦਾ ਮੁਕਾਮ ਹੈ ਕਿ ਪਾਤਸ਼ਾਹ ਸਾਹਿਬ ਦੀਆਂ ਗੱਲਾਂ 'ਚੋਂ ਅਸੀਂ ਵੇਖ ਰਹੇ ਹਾਂ ਕਿ ਖੁਦਾਵੰਦ ਯਿਸੂ ਮਸੀਹ ਨੇ ਸਿਰਫ ਇਹਨਾਂ ਨੂੰ ਪਿਆਰ ਨਹੀਂ ਕੀਤਾ, ਇਹਨਾਂ ਨੇ ਵੀ ਖੁਦਾਵੰਦ ਯਿਸੂ ਮਸੀਹ ਨੂੰ ਉਨਾ ਹੀ ਪਿਆਰ ਕੀਤਾ। ਤੇ ਜਦੋਂ ਅਸੀਂ ਵੀ ਖੁਦਾਵੰਦ ਯਿਸੂ ਮਸੀਹ ਨੂੰ ਉਨਾ ਪਿਆਰ ਕਰਾਂਗੇ ਤੇ ਫਿਰ ਪਿਆਰ ਦੀ ਗੱਲ ਕੁਝ ਹੋਰ ਤਰ੍ਹਾਂ ਹੁੰਦੀ ਹੈ। ਤੇ ਜਦੋਂ ਅਸੀਂ ਉਮੀਦ ਕਰਾਂਗੇ ਵੀ ਯਿਸੂ ਮਸੀਹ ਤਾਂ ਸਾਨੂੰ ਪਿਆਰ ਕਰੀ ਜਾਏ ਪਰ ਸਾਡੇ ਵੱਲੋਂ ਕੁਝ ਨਹੀਂ ਹੋਣਾ, ਤੇ ਫਿਰ ਕੁਝ ਵੀ ਨਹੀਂ ਹੁੰਦਾ। ਉਹੀ ਗੱਲ ਹੋਣੀ ਹੈ ਕਿ ਕਲਾਮ ਕੋਈ ਅਸਰ ਹੀ ਨਹੀਂ ਕਰਨਾ ਫਿਰ, ਕਿਉਂਕਿ ਖੁਦਾਵੰਦ ਯਿਸੂ ਮਸੀਹ ਬੇਸ਼ੱਕ ਸਾਨੂੰ ਬਹੁਤ ਪਿਆਰ ਕਰਦਾ ਪਰ ਉਹ ਸਾਡਾ ਬਾਪ ਹੈ ਤੇ ਸਾਨੂੰ ਵੀ ਤੇ ਉਹਨੂੰ ਪਿਆਰ ਕਰਨਾ ਚਾਹੀਦਾ। ਮਿਲਦੇ ਹਾਂ ਇੱਕ ਵਕਫੇ ਦੇ ਬਾਅਦ। ਜੀ ਨਾਜ਼ਰੀਨ, ਵੈਲਕਮ ਬੈਕ। ਤੇ ਤੁਸੀਂ ਜ਼ਰੂਰ ਸਾਡੇ ਨਾਲ ਹੀ ਹੋ ਔਰ ਤੁਹਾਨੂੰ ਜ਼ਰੂਰ ਅੱਛਾ ਲੱਗ ਰਿਹਾ ਹੋਏਗਾ ਪੰਜਾਬੀ 'ਚ ਇਹ ਪ੍ਰੋਗਰਾਮ ਜਿਹੜਾ ਅਸੀਂ ਕਰ ਰਹੇ ਹਾਂ ਔਰ ਅਸੀਂ ਸਾਰੇ ਬਰਕਤ ਵੀ ਪਾ ਰਹੇ ਹਾਂ। ਆਓ ਹੁਣ ਕਲਾਮ ਵੱਲ ਚੱਲਦੇ ਹਾਂ। ਜੀ ਪਾਸ ਸਾਹਿਬ, ਕਿਹੜਾ ਕਲਾਮ ਦਾ ਹਵਾਲਾ ਅਸੀਂ ਅੱਜ ਪੜ੍ਹਾਂਗੇ ਤੇ ਕਿਹਨੂੰ ਅਸੀਂ? ਔਰ ਮੈਂ ਜ਼ਰਾ ਛੋਟੀ ਜਿਹੀ ਗੱਲ ਇੱਕ ਹੋਰ ਦੱਸ ਦੇਵਾਂ ਕਿ ਪਾਸ ਸਾਹਿਬ ਬੜੀ ਖੂਬਸੂਰਤੀ ਨਾਲ ਉਰਦੂ ਬਾਈਬਲ ਨੂੰ ਪੰਜਾਬੀ 'ਚ ਪੜ੍ਹਦੇ ਨੇ। ਇਹ ਵੀ ਇਹਨਾਂ ਦੀ ਇੱਕ ਖਾਸ ਗੱਲ ਹੈ, ਖੁਦਾਵੰਦ ਦੀ ਖਾਸ ਮਿਹਰਬਾਨੀ ਤੇ ਬਰਕਤ ਹੈ। ਬੇਸ਼ੱਕ ਮੈਂ ਵੀ ਇਹ ਕੋਸ਼ਿਸ਼ ਕਰ ਲੈਂਦੀ ਹਾਂ ਔਰ ਮੈਂ ਵੀ ਕਰ ਲੈਂਦੀ ਹਾਂ, ਲੇਕਿਨ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਕਿ ਉਰਦੂ ਨੂੰ ਉਸੇ ਵੇਲੇ ਟਰਾਂਸਲੇਟ ਕਰਕੇ ਤੇ ਪੰਜਾਬੀ ਪੜ੍ਹਨ। ਤੇ ਪਾਤਸ਼ਾਹ ਸਾਹਿਬ ਦੀ ਇਹ ਇੱਕ ਬੜੀ ਖਾਸ ਖੂਬੀ ਹੈ ਜਿਹੜੀ ਅਸੀਂ ਸਾਰੇ ਬੜੀ ਇੰਜੋਏ ਕਰਨੇ ਆ। ਹਾਂਜੀ ਪਾਤਸ਼ਾਹ ਸਾਹਿਬ। ਸੋ ਮੈਨੂੰ ਗੱਲ ਯਾਦ ਆਈ ਇਸ ਤੋਂ ਪਹਿਲਾਂ ਕਿ ਕਲਾਮ ਦੀ ਗੱਲ ਹੋਵੇ। ਹਾਂਜੀ। ਉਹ ਪਿਛਲੇ ਦਿਨਾਂ 'ਚ ਜਦੋਂ ਪਾਦਰੀ ਰਵਿੰਦਰ ਸਿੰਘ ਅਸਗਰ ਸਾਹਿਬ ਆਏ ਸੀਗੇ, ਹਾਂਜੀ। ਤੇ ਉਹਨਾਂ ਨੇ ਬਾਈਬਲ ਦਿੱਤੀ ਇੱਕ ਪੰਜਾਬੀ ਦੀ ਸਿੱਖ ਨੌਜਵਾਨ ਨੂੰ, ਤੇ ਉਹਨੂੰ ਫਿਰ ਹਵਾਲਾ ਵੀ ਦਿੱਤਾ ਪੰਜਾਬੀ 'ਚ ਪੜ੍ਹਨ ਦਾ, ਤੇ ਖੈਰ ਉਹਨੇ ਪੜ੍ਹਿਆ। ਉਸ ਤੋਂ ਬਾਅਦ ਇੱਕ ਹਵਾਲਾ ਉਹਨੇ ਮੈਨੂੰ ਦਿੱਤਾ ਆਇਆ ਸੀ ਕਿ ਤੁਸੀਂ ਵੀ ਪੜ੍ਹਨਾ। ਤੇ ਮੈਂ ਜਿਸ ਵੇਲੇ ਉਹ ਬਾਈਬਲ ਖੋਲੀ ਨਾ ਮੈਂ ਵੀ ਪੰਜਾਬੀ 'ਚ ਹੀ ਪੜ੍ਹਦਾ ਪਿਆ ਸੀ, ਤੇ ਉਹ ਵੇਖੀ ਵੀ ਪਤਾ ਨਹੀਂ ਇਹਦੀ ਬਾਈਬਲ ਵੀ ਪੰਜਾਬੀ ਦੀ ਏ। ਤੇ ਮੈਂ ਉਹਨੂੰ ਦੱਸਿਆ ਨਹੀਂ, ਬਾਈਬਲ ਮੇਰੀ ਪੰਜਾਬੀ ਦੀ ਨਹੀਂ ਗੀ, ਲੇਕਿਨ ਖੁਦਾਵੰਦ ਦਾ ਸ਼ੁਕਰ ਹੈ ਕਿ ਮੈਂ ਬੜੀ ਰਵਾਨਗੀ ਦੇ ਨਾਲ ਪੜ੍ਹ ਲੈਂਦਾ। ਹਾਂ ਸਹੀ ਗੱਲ ਹੈ, ਕਿਉਂਕਿ ਪੰਜਾਬੀ 'ਚ ਤੇ ਹਾਲੇ ਤੱਕ ਮੈਨੂੰ ਨਹੀਂ ਲੱਗਦਾ ਕਿ ਪਾਕਿਸਤਾਨ 'ਚ ਛਪੀ ਵੀ ਹੈ ਉਰਦੂ ਅਲਫਾਬੈਟਸ ਦੇ ਨਾਲ, ਅਲਫ ਬੇ ਦੇ ਨਾਲ। ਜਿਹੜੀ ਉਹ ਸਿੱਖ ਮੁੰਡੇ ਨੂੰ ਦਿੱਤੀ ਹੋਣੀ ਉਹ ਤੇ ਗੁਰਮੁਖੀ 'ਚ ਹੋਏਗੀ। ਹਾਂ, ਤੇ ਉਹ ਤੇ ਸਾਨੂੰ ਪੜ੍ਹਨੀ ਵੀ ਨਹੀਂ ਆਉਂਦੀ, ਤੇ ਪੰਜਾਬੀ 'ਚ ਤੇ ਮੇਰਾ ਖਿਆਲ ਹੈ ਬਾਈਬਲ ਛਪੀ ਨਹੀਂ ਹੈ। ਹਾਂਜੀ। ਤੇ ਕਿਹੜਾ ਵਾਲਾ ਬਾਈਬਲ 'ਚ ਪੜ੍ਹ ਰਿਹਾ ਸੀ? ਸੋ ਅਸੀਂ ਖੁਦਾਵੰਦ ਦੇ ਕਲਾਮ ਦੇ ਵਿੱਚੋਂ ਵੇਖਨੇ ਹਾਂ ਜਿਸ ਤਰ੍ਹਾਂ ਕਿ ਗੱਲ ਖੁਸ਼ਖਬਰੀ ਦੀ ਹੋ ਰਹੀ ਹੈ। ਹਾਂਜੀ। ਲੂਕਾ ਦੀ ਇੰਜੀਲ ਵੇਖਾਂਗੇ। ਲੂਕਾ ਦੀ ਇੰਜੀਲ ਉਸਦਾ 2 ਬਾਬ ਤੇ 8 ਐਤ ਤੋਂ ਜਦੋਂ ਦੇਖਨੇ ਆ ਤੇ ਬਾਈਬਲ ਦੱਸਦੀ ਏ ਕਿ ਉਸੇ ਹੀ ਇਲਾਕੇ ਦੇ ਵਿੱਚ ਚਰਵਾਏ ਸੀਗੇ ਜਿਹੜੇ ਰਾਤ ਨੂੰ ਮੈਦਾਨ ਦੇ ਵਿੱਚ ਰਹਿ ਕੇ ਤੇ ਆਪਣੇ ਗੱਲਾਂ ਦੀ ਨਿਗਾਹਬਾਨੀ ਕਰਦੇ ਪਏ ਸੀਗੇ। ਹਾਂਜੀ। ਖੁਦਾਵੰਦ ਦਾ ਫਰਿਸ਼ਤਾ ਉਹਨਾਂ ਦੇ ਕੋਲ ਚਲਾ ਗਿਆ ਹੈ, ਤੇ ਜਾ ਕੇ ਜਦੋਂ ਕੋਲ ਚਲਾ ਗਿਆ ਤੇ ਉਹਨਾਂ ਨੇ ਫਰਿਸ਼ਤੇ ਨੂੰ ਵੇਖਿਆ ਏ, ਤੇ ਖੁਦਾ ਦਾ ਜਲਾਲ ਉਹਨਾਂ ਦੀ ਚਕਿਰਦ ਚਮਕਿਆ ਆਲੇ ਦੁਆਲੇ ਉਹਨਾਂ ਦੀ। ਤੇ ਉਹ ਫਰਿਸ਼ਤੇ ਨੂੰ ਵੇਖ ਕੇ ਤੇ ਡਰ ਗਏ ਨੇ। ਹਾਂਜੀ। ਪਰ ਫਰਿਸ਼ਤਾ ਉਹਨਾਂ ਨੂੰ ਕਹਿੰਦਾ ਹੈ, ਮੈਂ ਤੁਹਾਨੂੰ ਬੜੀ ਖੁਸ਼ੀ ਦੀ ਬਸ਼ਾਰਤ ਦਿੰਦਾ ਹੈ ਜਿਹੜੀ ਸਾਰੀ ਉਮਤ ਵਾਸਤੇ ਹੋਏਗੀ ਕਿ ਅੱਜ ਦਾਊਦ ਦੇ ਸ਼ਹਿਰ ਦੇ ਵਿੱਚ ਤੁਹਾਡੇ ਲਈ ਇੱਕ ਮਨਰਜੀ ਨਜਾਤ ਦਹਿੰਦਾ, ਖਲਾਸੀ, ਮੁਖਲਸੀ ਦੇਣ ਵਾਲਾ ਤੁਹਾਡੇ ਲਈ ਪੈਦਾ ਹੋਇਆ। ਤੇ ਉਹਦਾ ਇਹ ਨਿਸ਼ਾਨ ਹੈ ਕਿ ਤੁਸੀਂ ਇੱਕ ਬੱਚੇ ਨੂੰ ਕੱਪੜੇ ਦੇ ਵਿੱਚ ਲਿਪਟਿਆ ਹੋਇਆ ਤੇ ਚਰਨੀ ਦੇ ਵਿੱਚ ਰੱਖਿਆ ਹੋਇਆ ਵੇਖੋਗੇ। ਤੇ ਨਾਲ ਹੀ ਉਸੇ ਫਰਿਸ਼ਤਾ ਦੇ ਇੱਕ ਵੱਡਾ ਲਸ਼ਕਰ ਜਿਹੜਾ ਅਸਮਾਨੀ ਗਰੋਹ ਦਾ ਸੀਗਾ ਹਮਦ ਕਰਦਾ, ਤੇ ਇਹ ਗੱਲ ਕਹਿੰਦਾ ਹੋਇਆ ਜ਼ਾਹਰ ਹੋਇਆ ਕਿ ਆਲਮੇ ਬਾਲਾ ਉੱਤੇ ਖੁਦਾ ਦੀ ਤਮਜੀਦ ਹੋਏ ਤੇ ਜ਼ਮੀਨ ਉੱਤੇ ਉਹਨਾਂ ਬੰਦਿਆਂ ਦੇ ਨਾਲ
ਜਿਨ੍ਹਾਂ ਬੰਦਿਆਂ ਦੇ ਉੱਤੋਂ ਰਾਜ਼ੀ ਏ ਸੁਲ੍ਹਾ। ਬਿਲਕੁਲ। ਤੇ ਜਦੋਂ ਫਰਿਸ਼ਤੇ ਉਹਨਾਂ ਦੇ ਕੋਲੋਂ ਚਲੇ ਗਏ ਨੇ ਤੇ ਇਦਾਂ ਹੋਇਆ, ਚਰਵਾਇਆ ਨੇ ਆਖਿਆ ਏ ਆਓ ਅਸੀਂ ਬੈਤਲਹਮ ਦੇ ਵਿੱਚ ਚੱਲਨੇ ਆ ਤੇ ਇਹ ਗੱਲ ਜਿਹੜੀ ਸਾਨੂੰ ਦੱਸੀ ਗਈ ਏ ਤੇ ਜਿਹਦੀ ਖਬਰ ਖੁਦਾਵੰ ਨੇ ਸਾਨੂੰ ਦਿੱਤੀ ਏ ਉਹਨੂੰ ਵੇਖੀਏ। ਤੇ ਉਹ ਜਦੋਂ ਗਏ ਨੇ ਉਹਨਾਂ ਬੜੀ ਜਲਦੀ ਕੀਤੀ ਏ ਤੇ ਮਰੀਅਮ ਤੇ ਯੂਸਫ ਨੂੰ ਵੇਖਿਆ ਏ ਤੇ ਉਸ ਬੱਚੇ ਨੂੰ ਚਰਨੀ ਦੇ ਵਿੱਚ ਪਿਆ ਹੋਇਆ ਵੀ ਪਾਇਆ। ਸੋ ਅਸੀਂ ਦੇਖਨੇ ਆ ਇਹ ਹੈ ਇੱਕ ਖੁਸ਼ੀ ਦੀ ਖਬਰ ਕਿ ਜੋ ਕੁਝ ਉਹਨਾਂ ਨੂੰ ਦੱਸਿਆ ਗਿਆ ਉਹਨਾਂ ਨੇ ਉਸੇ ਤਰ੍ਹਾਂ ਜਾ ਕੇ ਵੇਖਿਆ ਹੈ। ਤੇ ਜੇ ਕੋਈ ਦੱਸਿਆ ਕਿਸੇ ਨੂੰ ਕੁਝ ਜਾਵੇ ਤੇ ਅੱਗਿਓਂ ਕੁਝ ਨਜ਼ਰ ਆਵੇ ਤੇ ਫਿਰ ਖੁਸ਼ੀ ਨਹੀਂ ਮਿਲਦੀ। ਫਿਰ ਤੇ ਉਹ ਜਿਹੜਾ ਜਾਂਦਾ ਹੈ ਨਾ ਤੇ ਜਾ ਕੇ ਵੇਖਦਾ ਏ, ਦੱਸਿਆ ਕੁਝ ਜਾਂਦਾ ਏ ਅੱਗੇ ਕੁਝ ਹੁੰਦਾ ਏ ਤੇ ਬਜਾਏ ਖੁਸ਼ੀ ਦੀ ਉਹਨੂੰ ਫਿਰ ਦੁੱਖ ਪਹੁੰਚਦਾ ਏ ਕਿ ਮੇਰੇ ਨਾਲ ਤੇ ਗਲਤ ਬਿਆਨੀ ਕੀਤੀ ਗਈ। ਖੁਸ਼ਖਬਰੀ ਉਹ ਏ ਜਿਸ ਤਰ੍ਹਾਂ ਹੈ ਉਸੇ ਤਰ੍ਹਾਂ ਹੀ ਦੱਸੀ ਜਾ। ਸਹੀ। ਇਹਨੂੰ ਖੁਸ਼ਖਬਰੀ ਕਹਿੰਦੇ। ਖੁਸ਼ੀ ਦੀ ਖਬਰ ਖੁਸ਼ੀ ਜਿਹੜੀ ਹੈ ਉਹ ਵੀ ਉਹਦਾ ਵੀ ਮਤਲਬ ਖੁਸ਼ਖਬਰੀ ਹੈ। ਹਾਂਜੀ। ਕਿ ਇਹ ਖੁਸ਼ਖਬਰੀ ਉਸੇ ਤੋਂ ਨਿਕਲਿਆ ਕਿ ਖੁਸ਼ੀ ਦੀ ਖਬਰ ਹੋਣੀ ਚਾਹੀਦੀ, ਗਮ ਦੀ ਖਬਰ ਨਹੀਂ, ਖੁਸ਼ੀ ਦੀ ਖਬਰ ਹੋਏ। ਪਰ ਉਹ ਖਬਰ ਪੂਰੀ ਵੀ ਹੋਏ, ਪੂਰੀ ਹੋਏ, ਉਂਝ ਦੀ ਉਂਝ ਹੀ ਹੋਏ, ਉਂਝ ਦੀ ਉਂਝ ਹੋਵੇ। ਇਹ ਨਾ ਹੋਏ ਕਿ ਤੁਸੀਂ ਪਹੁੰਚਾ ਤੇ ਖੁਸ਼ੀ ਦੀ ਖਬਰ ਰਹੇ ਹੋ, ਤੁਸੀਂ ਸੁਨਾਹ ਜਿਹੜਾ ਦਿੱਤਾ ਹੈ ਉਹ ਖੁਸ਼ੀ ਦੀ ਖਬਰ ਦਾ ਤੇ ਉੱਥੇ ਜਾਓ ਤੇ ਉੱਥੇ ਖੁਸ਼ੀ ਦੀ ਖਬਰ ਨਾ ਹੋਏ ਬਲਕਿ ਦੁੱਖ ਦਾ ਬਾਇਸ ਹੋਏ। ਦੁੱਖ ਦਾ ਬਾਇਸ ਹੋਏ। ਮੇਰੇ ਨਾਲ ਤੇ ਫਰਾਡਬਾਜ਼ੀ ਕੀਤੀ ਗਈ ਏ। ਬਿਲਕੁਲ। ਅਸੀਂ ਸਾਰਾ ਕੁਝ ਭੇਡਾਂ ਵੀ ਇੱਥੇ ਛੱਡੀਆਂ ਏ ਤੇ ਦਬਦਬਾ ਅਸੀਂ ਗਏ ਤੇ ਜਾ ਕੇ ਵੇਖਿਆ ਤੇ ਉੱਥੇ ਤੇ ਕੁਝ ਵੀ ਨਹੀਂ। ਮੇਰੇ ਜ਼ਿਹਨ 'ਚ ਇੱਕ ਗੱਲ ਆ ਰਹੀ ਹੈ ਬਈ, ਜਿਸ ਤਰ੍ਹਾਂ ਹੁਣ ਅਸੀਂ ਦੁਨਿਆਵੀ ਲਿਹਾਜ਼ ਨਾਲ ਵੇਖੀਏ ਨਾ ਤੇ ਬੜੀ ਖੁਸ਼ੀ ਜੀ ਮੈਂ ਇੰਨੇ ਪੈਸੇ ਦੇ ਦਿਓ ਤੇ ਤੁਸੀਂ ਬਾਹਰ ਚਲੇ ਜਾਓਗੇ ਤੇ ਉਹ ਇੱਕ ਖੁਸ਼ੀ ਦੀ ਖਬਰ ਦਿੰਦਾ ਬੰਦਾ ਜਾ ਕੇ ਤੇ ਫਿਰ ਉਹਨਾਂ ਕੋਲ ਲੈਂਦਾ ਪੈਸੇ, ਫਿਰ ਪੈਸੇ ਲੁੱਟ ਕੇ ਤੇ ਉਹ ਆ ਜਾਂਦਾ ਵਾਪਸ ਤੇ ਫਿਰ ਪਤਾ ਚੱਲਦਾ ਹੈ ਕਿ ਉਹ ਉਹਨਾਂ ਦੇ ਲਈ ਗਮ ਦਾ ਬਾਇਸ ਹੋ ਗਿਆ। ਗਮ ਦਾ ਬਾਇਸ। ਤੇ ਉਹ ਜੋ ਕੁਝ ਵੀ ਉਹਨਾਂ ਕੋਲ ਹੈ ਸੀ ਉਹ ਵੀ ਲੁੱਟਿਆ ਗਿਆ। ਪਹਿਲਾਂ ਉਹਨਾਂ ਦੇ ਲਈ ਉਹ ਖੁਸ਼ੀ ਦੀ ਖਬਰ ਰਹੀ, ਬਾਅਦ ਚ ਜਾ ਕੇ ਤੇ ਉਹ ਗਮ ਬਣ ਗਿਆ। ਇਹ ਮਤਲਬ ਹੈ ਸਾਡਾ ਕਿ ਖੁਸ਼ੀ ਦੀ ਖਬਰ ਇਹਨੂੰ ਨਹੀਂ ਕਹਿੰਦੇ। ਖੁਸ਼ਖਬਰੀ ਹੋਵੇ ਜਿਹੜੀ ਜਿਸ ਤਰ੍ਹਾਂ ਦੱਸੀ ਗਈ ਹੈ ਉਸੇ ਤਰ੍ਹਾਂ ਪੂਰੀ ਹੋਏ ਤੇ ਉਹਨਾਂ ਨੇ ਜਿਸ ਤਰ੍ਹਾਂ ਯਿਸੂ ਮਸੀਹ ਨੂੰ ਉਂਝ ਜਾ ਕੇ ਵੇਖਿਆ ਕਿ ਬੱਚੇ ਦੀ ਸੂਰਤ ਤੇ ਉਹ ਚਰਨੀ ਚ ਹੈ ਨੇ। ਅੱਜ ਦੇ ਦੌਰ 'ਚ ਮਤਲਬ ਇਹ ਤੇ ਅਸੀਂ ਕਲਾਮ ਪੜ੍ਹਨੇ ਉਦੋਂ ਦੇ ਹਵਾਲੇ ਨਾਲ ਤੇ ਕਿ ਅੱਜ ਦੇ ਦੌਰ 'ਚ ਵੀ ਇਹ ਖੁਸ਼ਖਬਰੀ ਉਸੇ ਤਰ੍ਹਾਂ ਦੀ ਹੈ ਵੇ, ਉਸੇ ਤਰ੍ਹਾਂ ਹੀ ਮੌਜੂਦ ਹੈ। ਬਾਈਬਲ ਨੂੰ ਅਗਰ ਅਸੀਂ ਵੇਖਣੇ ਨਾ ਹਾਂਜੀ ਤੇ ਗਲਤੀਓਂ 6 ਬਾਬ ਤੇ ਉਹਦੀ 7 ਐਤ ਤੇ ਉੱਥੇ ਲਿਖਿਆ ਮਿਲਦਾ ਏ, ਫਰੇਬ ਨਾ ਖਾਇਓ, ਖੁਦਾ ਠੱਠਿਆਂ 'ਚ ਉਡਾਇਆ ਨਹੀਂ ਜਾਂਦਾ ਤੇ ਜੋ ਕੁਝ ਤੂੰ ਬੂਣਦਿਆਂ ਏ ਇਹੋ ਕੁਝ ਕੱਟਣਾ ਹੀ। ਅਗਰ ਤੂੰ ਜਿਸਮ ਲਈ ਬੂਣਦਿਆਂ ਏ ਤੇ ਫਿਰ ਹਲਾਕਤ ਦੀ ਫਸਲ ਕੱਟੇਗਾ ਤੇ ਅਗਰ ਰੂਹ ਲਈ ਬੂਣਦਿਆਂ ਏ ਤੇ ਫਿਰ ਹਮੇਸ਼ਾ ਦੀ ਜ਼ਿੰਦਗੀ ਦੀ ਫਸਲ ਤੂੰ ਕੱਟੇਗਾ। ਬਜਾਏ ਕਹਿੰਦੇ ਅਸੀਂ ਖੁਸ਼ਖਬਰੀ ਏ ਲੇਕਿਨ ਉਹ ਖੁਸ਼ੀ ਦੀ ਖਬਰ ਨਹੀਂ ਹੁੰਦੀ ਬਲਕਿ ਉਹ ਤੇ ਖੁਦਾ ਨੂੰ ਠੱਠਿਆਂ ਚੜਾਇਆ ਜਾਂਦਾ ਹੈ ਕਿ ਜਿਹੜੀ ਗੱਲਬਾਤ ਹੈ ਉਹ ਨਹੀਂ ਦੱਸਣੀ ਬਲਕਿ ਉਦੋਂ ਉਲਟੋ ਦੇ ਦੱਸਣਾ। ਸਹੀ। ਮਤਲਬ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਜ਼ਿੰਮੇਦਾਰਾਂ ਦੀ ਜਿਨ੍ਹਾਂ ਦੇ ਹੱਥਾਂ 'ਚ ਕਲਾਮ ਹੈ ਜਿਹੜਾ ਕਲੀਸਿਆ ਨੂੰ ਅੱਗੋਂ ਪਹੁੰਚਾ ਰਹੇ ਨੇ ਕਿ ਉਹ ਖੁਸ਼ੀ ਦੀ ਖਬਰ ਉਸ ਤਰ੍ਹਾਂ ਨਹੀਂ ਪਹੁੰਚਾ ਰਹੇ ਜਿਸ ਤਰ੍ਹਾਂ ਪਹੁੰਚਾਉਣੀ ਚਾਹੀਦੀ ਹੈ। ਪਹੁੰਚਾਉਣੀ ਚਾਹੀਦੀ ਹੈ ਕਿਉਂਕਿ ਬਾਈਬਲ ਦੱਸਦੀ ਹੈ ਜਿਸ ਲਈ ਅਸੀਂ ਕਜ਼ਾਤ ਦੀ ਕਿਤਾਬ ਨੂੰ ਦੇਖਨੇ ਆ 2 ਬਾਬ ਤੇ ਉਹਦੀ 5 ਐਤ ਦੇ ਵਿੱਚ ਲਿਖਿਆ ਮਿਲਦਾ ਹੈ, ਸ਼ਾਇਦ ਮੇਰਾ ਖਿਆਲ 5 ਬਾਬ ਮੇਰੇ ਜ਼ਿਹਨ ਦੇ ਵਿੱਚ, ਚਲੋ ਦੇਖ ਲੈਂਦੇ ਆ। ਕਿਹੜਾ ਹਵਾਲਾ ਦੱਸਿਆ ਤੁਸੀਂ? ਕਜ਼ਾਤ 2 ਬਾਬ ਤੇ ਉਹਦੀ 5 ਐਤ ਕੱਢੋ। ਹਾਂ ਹਾਂਜੀ ਲਿਖਿਆ ਤੇ ਉਹਨਾਂ ਨੇ ਉਸ ਜਗ੍ਹਾ ਦਾ ਨਾਂ ਬੋਕਿਅਮ ਰੱਖਿਆ। ਨਹੀਂ ਇਹ 5 ਬਾਬ 5 ਨਹੀਂ 2 ਬਾਬ 5 ਆਇਤ 2 ਬਾਬ 5 ਐਤ 5 ਬਾਬ ਦੀ 2 ਐਤ ਪੜ੍ਹੋ। ਅੱਛਾ 5 ਬਾਬ ਦੀ 2 ਆਇਤ। ਹਾਂਜੀ
ਇਹਦੇ 'ਚ ਲਿਖਿਆ ਹੈ, ਪੇਸ਼ਵਾਵਾਂ ਨੇ ਜੋ ਇਸਰਾਈਲ ਦੀ ਪੇਸ਼ਵਾਈ ਕੀਤੀ ਤੇ ਲੋਕ ਖੁਸ਼ੀ-ਖੁਸ਼ੀ ਭਰਤੀ ਹੋਏ। ਉਹਦੇ ਲਈ ਇਸ ਲਈ ਆਮੀਨ ਖੁਦਾਵੰਦ ਆਮੀਨ। ਨੂੰ ਮੁਬਾਰਕ ਕਹੋ। ਹਾਂਜੀ। ਪੇਸ਼ਵਾਈ ਕਰਨੀ, ਖੁਸ਼ਖਬਰੀ ਦੇਣ ਲਈ ਲੋਕਾਂ ਨੇ ਖੁਸ਼ੀ-ਖੁਸ਼ੀ ਆਪਣੇ ਆਪ ਨੂੰ ਕੀ ਕੀਤਾ? ਭਰਤੀ ਕੀਤਾ। ਪੇਸ਼ ਕੀਤਾ, ਭਰਤੀ ਕੀਤਾ। ਹਾਂਜੀ। ਦੇਣੀ ਖੁਸ਼ਖਬਰੀ। ਅਗਰ ਅਸੀਂ ਖੁਸ਼ਖਬਰੀ ਨਹੀਂ ਦਿੰਦੇ, ਹਾਲਾਂਕਿ ਜਿਸ ਲਈ ਅਸੀਂ ਪਹਿਲਾ ਕਰੰਥੀਓ 9 ਬਾਬ ਤੇ 14 ਆਇਤ ਨੂੰ ਪੜ੍ਹਦੇ ਨਾ, ਮੈਂ ਆਪਣਾ ਤਜਰਬਾ ਦੱਸਣਾ ਚਾਹੁੰਦਾ ਹੈ। ਤੇ ਉਹਦੇ ਵਿੱਚ ਲਿਖਿਆ ਮਿਲਦਾ ਹੈ ਕਿ ਇਸੇ ਤਰ੍ਹਾਂ ਖੁਦਾਵੰਦ ਨੇ ਮੁਕਰਰ ਕੀਤਾ ਹੈ ਕਿ ਖੁਸ਼ਖਬਰੀ ਸੁਣਾਉਣ ਵਾਲੇ ਖੁਸ਼ਖਬਰੀ ਦੇ ਵਸੀਲੇ ਗੁਜ਼ਾਰਾ ਕਰਨ। ਤੇ ਇਸੇ ਦੀ 16 ਆਇਤ ਦੇ ਵਿੱਚ, ਪਹਿਲਾ ਕਰੰਥੀਓ 9 ਬਾਬ ਉਹਦੀ 16 ਆਇਤ 'ਚ ਆਖਿਆ ਹੈ, ਅਗਰ ਮੈਂ ਖੁਸ਼ਖਬਰੀ ਸੁਣਾਉਣਾ ਹੈ ਤੇ ਫਿਰ ਵੀ ਫਖਰ ਨਾ ਕਰਾਂ ਆਪਣੀ ਜ਼ਾਤ ਤੇ। ਹਾਂ, ਕੀ ਬਾਤ। ਇਹ ਤੇ ਮੇਰੇ ਲਈ ਬਹੁਤ ਜ਼ਰੂਰੀ ਹੈ। ਅਗਰ ਨਹੀਂ ਸੁਣਾਉਂਦਾ ਤੇ ਮੇਰੇ ਉੱਤੇ ਅਫਸੋਸ। ਸਹੀ। ਮੈਂ ਜਦੋਂ ਫਿਰ ਖੁਦਾ ਨੇ ਮੈਨੂੰ ਆਂਦਾ ਏ ਖਿਦਮਤ ਦੇ ਵਿੱਚ, ਮੇਰੇ ਵਾਲੇ ਭਰਾ ਮੇਰੇ ਤੇ ਬੜਾ ਇਸ ਗੱਲ ਤੋਂ ਕੁੜਦੇ ਸੀਗੇ। ਉਹਨਾਂ ਜਦੋਂ ਦੇਖਣਾ ਵੀ ਹੋਰ ਸਭ ਕੋ ਬੜੀਆਂ ਮੋਟਰਸਾਈਕਲਾਂ ਤੇ ਗੱਡੀਆਂ ਏ, ਕਾਰੋਬਾਰ ਉਹਨਾਂ ਦੇ ਸੈੱਟ ਏ, ਮੇਰੇ ਵੱਡੇ ਭਾਈ ਨੇ ਮੈਨੂੰ ਬਹੁਤ ਗੁੱਸੇ ਹੋਣਾ, ਤੂੰ ਕਿਹੜੇ ਕੰਮ ਤੇ ਲੱਗ ਗਿਆ? ਮੈਂ ਉਹਨੂੰ ਕਹਿਣਾ, ਜੋ ਕੁਝ ਮੇਰੇ ਕੋ ਏ ਮੈਂ ਦੁਆ ਕਰਨਾ ਹੈ ਰੱਬ ਤੁਹਾਨੂੰ ਇਹ ਦਵੇ। ਆਮੀਨ। ਮੈਨੂੰ ਖੁਦਾ ਨੇ ਜੋ ਮੇਰੇ ਅੰਦਰ ਖੁਸ਼ੀ ਏ ਤੇ ਮੈਂ ਲੋਕਾਂ ਕੋ ਜਾਣਾ ਹੈ, ਮੈਂ ਖੁਦਾ ਦੇ ਕਲਾਮ ਦੀ ਗੱਲ ਦੱਸਣਾ ਹੈ ਤੇ ਉਸ ਤਰੀਕੇ ਨਾਲ ਦੱਸਦਾ ਨਾ ਜਿੱਦਾਂ ਹੈਗੀ ਆ। ਗੋ ਖੁਦਾ ਦੇ ਕਲਾਮ ਦੇ ਵਿੱਚ ਖਿਦਮਤ ਉਹ ਗਲਤ ਹੈ ਡੀਸੀ ਵੀ ਕਿ ਖਿਦਮਤ ਜਿਹੜੀ ਨਾ ਬੜੀ ਔਖੀ ਏ। ਬਾਈਬਲ ਦੱਸਦੀ ਏ ਕਿ ਖੁਦਾ ਨੇ ਆਪਣੇ ਬੰਦਾ ਦਾਊਦ ਦੀ ਮਾਰਫਤ ਗੱਲ ਕੀਤੀ ਤੇ ਗੱਲ ਕੀ ਸੀ? ਬੀਜ ਦਾ ਚੁੱਕ ਕੇ ਜ਼ਖੀਰਾ ਰੋਂਦਾ ਹੋਇਆ ਜਾਂਦਾ ਹੈ। ਇਸ ਨੂੰ ਚੁੱਕਣਾ ਕੋਈ ਹਾਸੇ ਦੀ ਗੱਲ ਨਹੀਂ ਗੀ, ਬੜੇ ਬੋਝ ਦੀ ਗੱਲ ਹੈ, ਰੂਹਾਂ ਦੇ ਬੋਝ ਦੀ। ਸਹੀ ਗੱਲ ਹੈ। ਪਰ ਖੁਸ਼ੀ ਦੇ ਨਾਲ ਇੱਕ ਦਿਨ ਭਰੀਆਂ ਚੁੱਕ ਕੇ ਆਵੇਗਾ। ਅਸਲੀ ਗੱਲ ਉਹੋ ਹੀ ਗੱਲ ਸੁਣਾਉਣੀ। ਤੇ ਫਿਰ ਖੁਦਾ ਵਾਅਦਾ ਕਰਦਾ ਏ ਕਿ ਜੇ ਤੂੰ ਖੁਸ਼ਖਬਰੀ ਸੁਣਾਵੇਂਗਾ ਤੇ ਗੁਜ਼ਾਰਾ ਵੀ ਇਸੇ ਨਾਲ ਹੀ ਕਰੇਗਾ। ਪਹਿਲਾ ਸਲਾਤੀਨ ਦੇਖ ਲਓ 2 ਬਾਬ, ਜਾਂ ਸੌਰੀ 19 ਬਾਬ, ਪਹਿਲਾ ਸਲਾਤੀਨ 19 ਬਾਬ ਤੇ ਉਹਦੀ 5 ਆਇਤ ਤੋਂ ਜਿਸ ਲਈ ਤੁਸੀਂ ਪੜ੍ਹਦੇ ਹੋ, ਏਲੀਆ ਦੁਨੀਆ ਦਾ ਸਤਾਇਆ ਹੋਇਆ ਉਹ ਲੋਕਾਂ ਨੂੰ ਖੁਸ਼ੀ ਦੀ ਖਬਰ ਦੇਣ ਡਿਆ, ਲੋਕਾਂ ਨੂੰ ਅਗਾਹ ਕਰਦਾ ਹੈ, ਹੁਸ਼ਿਆਰ ਕਰਦਾ, ਬੇਦਾਰ ਕਰਦਾ ਹੈ, ਪਰ ਲੋਕਾਂ ਨੂੰ ਉਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਹਾਲਾਂਕਿ ਲੋਕਾਂ ਦੀ ਉਹ ਖੁਸ਼ੀ ਦਾ ਸੁਭਾਅ ਆ, ਉਹ ਲੋਕਾਂ ਨੂੰ ਨਸੀਹਤ ਕਰਨ ਡਿਆ। ਤੇ ਅੱਕਿਆ ਹੋਇਆ ਨਾ ਅੱਕਿਆ ਸੜਿਆ ਹੋਇਆ ਛੱਡ ਗਿਆ ਦੁਨੀਆਦਾਰੀ ਤੇ ਜਾ ਕੇ ਜੰਗਲ ਦੇ ਵਿੱਚ ਨਾ ਚਲਾ ਗਿਆ ਏ ਤੇ ਉੱਥੇ ਜਾ ਕੇ ਲੰਮੇ ਪਿਆ ਇੱਕ ਜਾਓ ਦੇ ਪੇੜ ਦੇ ਥੱਲੇ। ਹੁਣ ਖੁਦਾਵੰਦ ਦਾ ਫਰਿਸ਼ਤਾ ਆਇਆ, ਉਹਨੇ ਆਣ ਕੇ ਉਹਨੂੰ ਜਗਾਇਆ ਏ, ਜਗਾ ਕੇ ਤੇ ਉਹਨੂੰ ਕਹਿੰਦਾ ਏ ਉੱਠ ਤੇ ਖਾ। ਤੇ ਉਹ ਵੇਖਦਾ ਕੀ ਇਹ ਸਰਾਣੇ ਉਹਦੇ ਪਾਣੀ ਦੀ ਸਰਾਈ ਰੱਖੀ ਹੋਈ ਤੇ ਕੋਲਿਆਂ ਤੇ ਪੱਕੀ ਹੋਈ ਰੋਟੀ, ਤੇ ਥੱਕਿਆ ਇੰਨਾ ਸੀ ਕਿ ਖਾ ਪੀ ਕੇ ਸੌਂ ਗਿਆ ਏ। ਸ਼ਾਮ ਨੂੰ ਫਿਰ ਆਇਆ। ਪਹਿਲਾ ਸਲਾਤੀਨ 19 ਬਾਬ, ਮੈਂ 5 ਐਤ ਤੋਂ ਗੱਲ ਸੁਣਾ ਰਿਹਾ ਹੈ, ਬਾਈਬਲ ਦੀ ਗੱਲ ਸੁਣਾ ਰਿਹਾ। ਉਹ ਸੌਂ ਕੇ ਖਾ ਕੇ ਨਾ ਸ਼ਾਮ ਨੂੰ ਜਦੋਂ ਫਿਰ ਆਇਆ ਤੇ ਉਹ ਫਿਰ ਉਹਨੂੰ ਜਗਾਇਆ ਹੈ ਤੇ ਕਹਿੰਦਾ ਉੱਠ ਤੇ ਖਾ, ਇਹ ਤੇਰੇ ਲਈ ਸਫ਼ਰ ਬਹੁਤ ਲੰਬਾ ਹੈ, ਤੂੰ ਹੂਰ ਪਹਾੜ ਤੇ ਚੜ੍ਹਨਾ ਹੈ। ਸਹੀ। ਤੇ ਅਸੀਂ ਤੇ ਬੱਚਿਆ ਚੜ੍ਹਨਾ ਹੈ ਅਸਮਾਨ ਦੇ ਉੱਤੇ, ਪਹਾੜ ਤੇ ਕੋਈ ਏਡਾ ਨੀਗਾ। ਹਾਂ ਬਿਲਕੁਲ ਹੈ। ਤੇ ਜੇ ਝੂਠ ਸੁਣਾਵਾਂਗੇ ਤੇ ਝੂਠ ਨੂੰ ਖੁਸ਼ਖਬਰੀ ਕਹਾਂਗੇ ਤਾਂ ਰੱਬ ਤੇ ਤਕੀਆ ਨਹੀਂ ਕਰਾਂਗੇ,
ਵੇਖੋ ਨਾ, ਦੁਬਾਰਾ ਫਿਰ ਉਹ ਫਰਿਸ਼ਤਾ ਆਇਆ ਹੈ, ਉਹਨੇ ਆਣ ਕੇ ਉਹਨੂੰ ਜਗਾਇਆ ਤੇ ਕਹਿੰਦਾ ਉੱਠ ਕੇ ਖਾ। ਤੇ ਫਿਰ ਉਹ ਵੇਖਦਾ ਘੋੜਿਆਂ ਦੇ ਉੱਤੇ ਪੱਕੀ ਰੋਟੀ ਤੇ ਪਾਣੀ ਦੀ ਸਰਾਈ। ਉਹਦੇ ਤੇ ਅਗਰ ਅਸੀਂ ਤਕੀਆ ਕਰਕੇ ਤੇ ਕਲਾਮ ਦੀ ਖੁਸ਼ਖਬਰੀ, ਹੱਕ ਦੀ ਮਨਾਦੀ ਕਰਨੇ ਆ, ਤੇ ਮੈਂ ਤੇ ਬੜੇ ਤਜਰਬੇ ਨਾਲ, ਤੁਸੀਂ ਇਸ ਗੱਲ ਦੇ ਤੇ ਬੱਚੇ ਤੁਸੀਂ ਵੀ ਗਵਾਓ, ਕਿਉਂਕਿ ਤੁਸੀਂ ਸਾਡੇ ਤੋਂ ਪਹਿਲਾਂ ਇੱਥੇ ਨੀਦਰਲੈਂਡ 'ਚ ਆਏ ਹੋ, ਹਾਂਜੀ ਤੇ ਸਾਡੇ ਕੋਲ ਕੋਈ ਚੀਜ਼ ਨਹੀਂ ਸੀ, ਕੋਈ ਗੱਡੀ ਗੁੱਡੀ ਨਹੀਂ ਸੀ ਹਾਂਜੀ ਹੈ। ਤੇ ਮੈਂ ਇਹ ਖੁਸ਼ਖਬਰੀ ਇਸ ਤਰ੍ਹਾਂ ਸੁਣਾਈ ਹੈ ਕਿ ਮੈਨੂੰ ਤੁਰ ਤੁਰ ਕੇ ਵੀ ਜਾਣਾ ਪਿਆ ਤੇ ਮੈਂ ਗਿਆ ਹਾਂ। ਇੱਕ ਦਿਨ ਸਾਡੇ ਤੋਂ ਤਕਰੀਬਨ 120-25 ਮੀਲ ਦੂਰ ਹੈ ਜ਼ਿਲ੍ਹਾ ਪਾਕਪਤਨ। ਉਹ ਬੱਚੇ ਜਿੰਨੀ ਦੇਰ ਤੱਕ ਮੈਂ ਉਹਨਾਂ ਕੋਲ ਪਹੁੰਚਣਾ ਨਹੀਂ ਨਾ, ਉਹਨਾਂ ਨੂੰ ਸਕੂਨ ਨਹੀਂ ਸੀ ਹੁੰਦਾ। ਹਾਲਾਂਕਿ ਹੁਣ ਮੈਂ ਉਹਨਾਂ ਕੋਲ ਕਲਾਮ ਮੈਂ ਖੁਦ ਸੁਣਦਾ ਹੁੰਦਾ ਸੀ। ਜਿਹੜੇ ਬੱਚੇ ਖੁਦਾ ਨੇ ਮੇਰੇ ਵਸੀਲੇ ਤਿਆਰ ਕੀਤੇ, ਔਰ ਉਹ ਮੁਖਤਲਿਫ ਸ਼ਹਿਰਾਂ 'ਚ, ਅਕਾੜੇ ਸ਼ਹਿਰ ਦੇ ਵਿੱਚ ਇੱਕ ਪ੍ਰੋਫੈਸਰ ਹੈ, ਨੌਜਵਾਨ ਲੱਗਾ ਹੋਇਆ, ਉਹ ਇਸ ਤਰ੍ਹਾਂ ਬੜੇ ਬੱਚੇ ਤਿਆਰ ਹੋਏ। ਤੇ ਉਹਨਾਂ ਜਿੰਨੀ ਦੇਰ ਤੱਕ ਮੈਂ ਉੱਪੜਦਾ ਨਹੀਂ, ਉਹਨਾਂ ਨੂੰ ਸਕੂਨ ਨਹੀਂ ਆਉਣਾ। ਬੇਨਜ਼ੀਰ ਨੇ ਗੱਡੀਆਂ ਬੰਦ ਕਰ ਦਿੱਤੀਆਂ, ਨਵਾਜ਼ ਸ਼ਰੀਫ ਦੀ ਲੌਂਗ ਮਾਰਚ ਸੀ। ਮੈਂ ਸਮੁੰਦਰੀ ਤੱਕ ਤੇ ਪਹੁੰਚਿਆ ਹੈ, ਅੱਗੇ ਗੱਡੀਆਂ ਬੰਦ ਹੋ ਗਈਆਂ। ਉਹਨਾਂ ਨੇ ਆਖਿਆ ਤੁਸੀਂ ਗੋਜਰੇ ਵਾਪਸ ਜਾ ਸਕਦੇ ਹੋ, ਅੱਗੇ ਨਹੀਂ ਜਾ ਸਕਦੇ। ਸਹੀ। ਲੇਕਿਨ ਉਹਨਾਂ ਮਜਬੂਰ ਇੰਨਾ ਕੁ ਕਰ ਦਿੱਤਾ ਨਾ ਕਿ ਮੈਨੂੰ ਉਸ ਸਮੁੰਦਰ ਚੀਚਾ ਤਾਂ ਨਹੀਂ ਆਉਣ ਵੱਲ ਦੀ ਮੈਂ ਕੋਸ਼ਿਸ਼ ਕੀਤੀ ਜਾਵਾਂ, ਪਰ ਖਿਦਰ ਵਾਲੇ ਆਣ ਕੇ ਗੱਡੀ ਰੁਕ ਗਈ। ਕਹਿਣ ਦਾ ਮਕਸਦ ਇਹ ਵੇ ਕਿ ਨਿਹਾਇਤ ਮੁਸ਼ਕਿਲ ਦਾ ਸਫ਼ਰ ਤੁਸੀਂ ਕੱਟ ਕੇ ਤੇ ਆਪਣੇ ਦਿਲ 'ਚ ਜਿਹੜੀ ਖੁਦਾ ਨੇ ਤੁਹਾਡੇ ਗੱਲ ਪਾਈ ਸੀ ਕਿ ਖੁਸ਼ਖਬਰੀ ਦੀ ਖਬਰ ਤੁਸੀਂ ਲੈ ਕੇ ਲੋਕਾਂ ਕੋਲ ਜਾਣੀ ਹੈ, ਉਹ ਤੁਸੀਂ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਔਰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਕਿਉਂਕਿ ਸਾਡੇ ਪ੍ਰੋਗਰਾਮ ਦਾ ਵਕਤ ਖਤਮ ਹੋ ਗਿਆ ਤੇ ਅਸੀਂ ਇੱਥੇ ਨੂੰ ਖਤਮ ਕਰਾਂਗੇ, ਤੇ ਫਿਰ ਅਗਲੇ ਪ੍ਰੋਗਰਾਮ 'ਚ ਇੱਥੋਂ ਹੀ ਬੇਸ਼ੱਕ ਅਸੀਂ ਗੱਲ ਸ਼ੁਰੂ ਕਰਾਂਗੇ ਕਿ ਅੱਗੇ ਫਿਰ ਕੀ ਹੋਇਆ, ਮੈਂ ਤੁਹਾਡੇ ਕੋਲੋਂ ਪੁੱਛ ਲਾਂਗੀ। ਕਿਉਂਕਿ ਸਾਡੇ ਕੋਲ ਟਾਈਮ ਸਿਰਫ 15 ਮਿੰਟ ਪਹਿਲਾਂ ਤੇ 15 ਮਿੰਟ ਬਾਅਦ 'ਚ ਹੁੰਦਾ, ਤੇ ਇੰਨਾ ਟਾਈਮ ਨਹੀਂ ਹੁੰਦਾ, ਤੇ ਇਸ ਵਜ੍ਹਾ ਤੋਂ ਗੱਲ ਪੂਰੀ ਨਹੀਂ ਹੋ ਸਕੀ। ਮਾਜ਼ਰਤ ਖਾਮ ਅਸੀਂ ਤੁਹਾਡੇ ਕੋਲ ਨਾਜ਼ਰੀਨ, ਤੇ ਅਗਲੇ ਐਪੀਸੋਡ 'ਚ ਤੁਸੀਂ ਅੱਗੇ ਗੱਲਬਾਤ ਜ਼ਰੂਰ ਸੁਣੋਗੇ। ਹੁਣ ਸਾਨੂੰ ਇਜਾਜ਼ਤ ਦਿਓ ਪਾਸ਼ਾ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਕੁਝ ਲੋਕੀ ਨੇ ਜਿਹੜੇ ਦੁਆ ਕਰਾਉਣਾ ਚਾਹੁੰਦੇ ਨੇ, ਤੇ ਤੁਸੀਂ ਜ਼ਰੂਰ ਉਹਨਾਂ ਨੂੰ ਦੁਆ 'ਚ ਯਾਦ ਰੱਖਿਓ, ਔਰ ਜਿਸ ਤਰ੍ਹਾਂ ਅਸੀਂ ਦੁਆ ਕੀਤੀ ਵੀ ਸੀ ਤੇ ਖੁਦਾਵੰਦ ਉਹਨਾਂ ਦੇ ਨਾਲ ਹੋਏ। ਤੇ ਨਾਜ਼ਰੀਨ ਹੁਣ ਅਸੀਂ ਇਜਾਜ਼ਤ ਚਾਹਾਂਗੇ। ਆਪਣਾ ਬਹੁਤ ਖਿਆਲ ਰੱਖੋ ਤੇ ਵੇਂਦੇ ਰਹੋ ਪ੍ਰੋਗਰਾਮ ਯਿਸੂ ਸੰਗ ਸਵੇਰਾ। ਸ਼ੁਕਰੀਆ। Do not forget to like the video, subscribe BTL TV, and press the bell icon to receive notifications. Jesus is the light of the world.